ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ ਸ੍ਰੀ ਗੁਰ ਰਾਮਦਾਸ ਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸ਼ਕ ਜੀ ਬਿਗਨਨ ਕੇ ਨਾਸ਼ਕ ਹਰਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੁਜਾਨ ਬਲ ਜੁਤ ਵਧਹਿ ਸਰੀਰ ਬੱਡ ਕਰਹਿ ਨਰਨ ਕਲਿਆਣ। ਇਸ ਪ੍ਰਕਾਰ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸੁਜਾਨ ਬਲ ਜੁਤ ਵਧਹਿ ਸਰੀਰ ਬੱਡ ਕਰਹਿ ਨਰਨ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਔਰ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਸੰਧਿਆ ਦੇ ਸੁੰਦਰ ਸਜੇ ਦੀਵਾਨਾਂ ਅੰਦਰ ਆਪ ਜੀ ਨਿਤਾ ਪ੍ਰਤੀ ਕੰਮਾਂ ਕਾਰਾਂ ਨੂੰ ਸੰਕੋਚ ਕਰ ਹਾਜ਼ਰੀ ਭਰਦੇ ਹੋ। ਹਰ ਸੁੰਦਰ ਦਰਸ਼ਨ ਪਾਤਸ਼ਾਹ ਜੀ ਦੇ ਪਰਸਦਿਆਂ ਸਮੇਂ ਨੂੰ ਸਵਾਸਾਂ ਨੂੰ ਸਫਲ ਬਣਾਉਂਦੇ ਹੋ। ਧੰਨ ਧੰਨ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਜੀ ਦੇ ਦਰ ਘਰ ਦੀ ਮਹਾਨ ਸਿਫਤ ਸਲਾਘਾ ਵਡਿਆਈ ਲੜੀਵਾਰ ਰੂਪ ਅੰਦਰ ਆਪਾਂ ਰਲ ਮਿਲ ਕਰਕੇ ਸ਼ਰਵਣ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਾਂ। ਐਸੀ ਅਮੋਲਕ ਕਥਾ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਗੁਰੂ ਕੀ ਵਡਿਆਈ ਲਿਖੀ ਪ੍ਰਮਾਣਾ ਸਾਖੀਆਂ ਸਹਿਤ ਕਿ ਰੋਜ਼ ਦੀ ਰੋਜ਼ ਇੱਕ ਪ੍ਰਸੰਗ ਵਿਚਾਰ ਲਈਦਾ ਤੇ ਹਰੇਕ ਪ੍ਰਸੰਗ ਵਿੱਚੋਂ ਕੁਝ ਨਾ ਕੁਝ ਵੱਖਰਾ
ਗੁਰਸਿੱਖਾਂ ਗੁਰਮੁਖਾਂ ਵਾਲਾ ਕਰਮ ਧਰਮ ਵੇਖਣ ਨੂੰ ਸੁਣਨ ਨੂੰ ਮਿਲਦਾ, ਸਿੱਖਣ ਨੂੰ ਮਿਲਦਾ ਹੈ ਕਿ ਕਿਵੇਂ ਗੁਰੂ ਕਲਗੀਧਰ ਸਾਹਿਬ ਜੀ ਸਿੱਖਾਂ ਨੂੰ ਸ਼ੁਭ ਸਿੱਖਿਆ ਦਿੰਦੇ, ਕਿਵੇਂ ਦੇ ਕੌਤਕ ਮਹਾਰਾਜ ਦੇ ਦਰਬਾਰ ਵਿੱਚ ਹੋਇਆ ਕਰਦੇ। ਤੇ ਉਹੀ ਦਰਬਾਰ ਗੁਰੂ ਗ੍ਰੰਥ ਸਾਹਿਬ ਜੀ ਤਖਤਪੁਰ ਸਭਾਏਮਾਨ ਹੁਣ ਹੈ। ਤੇ ਹੁਣ ਵੀ ਉਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੀ, ਜਿਨ੍ਹਾਂ ਨੇ ਕੋਈ ਪਿਛਲਾ ਇਤਿਹਾਸ ਪੜ੍ਹਿਆ ਸੁਣਿਆ ਵਿਚਾਰਿਆ ਹੁੰਦਾ ਹੈ, ਉਹ ਫਿਰ ਸੋਝੀ ਰੱਖਦੇ ਹੈ ਵੀ ਗੁਰੂ ਘਰ ਵਿੱਚ ਕੀ ਕੰਮ ਜਿਹੜਾ ਹੈ ਉਹ ਕੋਈ ਕਿਰਿਆ ਕਰਤੱਵ ਕਰਨਾ ਚਾਹੀਦਾ ਹੈ, ਕਿਹੜੇ ਕੰਮ ਗੁਰੂ ਘਰ ਵਿੱਚ ਆ ਕੇ ਨਹੀਂ ਕਰਨੇ ਚਾਹੀਦੇ। ਉਹ ਫਿਰ ਇੱਦਾਂ ਸੋਝੀ ਵਾਲੇ ਸਿੱਖ ਗੁਰਮੁਖ ਕਹਿਲਾਉਂਦੇ ਹੈ। ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰੂ ਦੀ ਇੱਕ ਹੀ ਸਿੱਖਿਆ ਸੁਣ ਲਵੇ ਕੋਈ। ਤੋ ਇੱਦਾਂ ਫਿਰ ਜਦੋਂ ਸੁਣ ਕੇ ਕਥਾ ਸ਼ਰਵਣ ਕਰਨ ਦਾ ਇਤਿਹਾਸ ਦੀ ਵਿਸ਼ੇਸ਼ ਕਰਕੇ ਹੀ ਫਾਲਿਆ ਹੈ ਵੀ ਵਿਧੀ ਵਿਧਾਨ ਢੰਗ ਆ ਜਾਂਦਾ, ਰਹਿਣੀ ਬਹਿਣੀ ਕਹਿਣੀ ਸਹਿਣੀ ਦਾ ਪਤਾ ਲੱਗ ਜਾਂਦਾ ਵੀ ਗੁਰੂ ਕੇ ਸਿੱਖ ਕਿਹੋ ਜਿਹੇ ਹੁੰਦੇ ਸਨ ਤੇ ਹੁਣ ਸਾਨੂੰ ਕਿਹੋ ਜਿਹੇ ਕਰਤੱਵ ਉਹਨਾਂ ਸਿੱਖਾਂ ਦੇ ਜੀਵਨ ਨੂੰ ਵੇਖ ਵੇਖ ਕੇ ਤੇ ਉਹੋ ਜਿਹੇ ਕਰਤੱਵ ਧਾਰਨ ਕਰਨੇ ਚਾਹੀਏ। ਜਿਹੜਾ ਸਤ ਸੰਗਤ ਜੀ ਮਹਾਰਾਜ ਦੀ ਸਿਫਤ ਸਲਾਗਾ ਵਡਿਆਈ ਸੁਣਦਾ ਰਹਿੰਦਾ ਹੈ, ਉਹ ਤੁਸੀਂ ਵੇਖੋ ਕਦੇ ਗੁਰੂ ਘਰ ਵਿੱਚ ਝਗੜਾ ਈਰਖਾ ਨਾ ਆਪ ਕਰੇਗਾ ਤੇ ਨਾ ਕਾਰਨ ਬਣੇਗਾ ਕਦੇ। ਜਦੋਂ ਕੋਈ ਇਹੋ ਜਿਹਾ ਕਰਤੱਵ ਬਣੇ ਉਹ ਚੁੱਪ ਕਰਕੇ ਸ਼ਾਂਤ ਹੋ ਜਾਏਗਾ, ਕਿਉਂਕਿ ਜਿਹੜਾ ਇਤਿਹਾਸ ਹੁੰਦਾ ਹੈ ਉਹ ਸੁਣ ਕੇ ਮਾਣਿਆ ਜਾਂਦਾ ਹੈ ਐਨ। ਕਿਉਂ ਕਵੀ ਸਾਹਿਬ ਦੇ ਲਿਖਣ ਦਾ ਢੰਗ ਹੀ ਐਸਾ ਹੈ ਵੀ ਜਿਵੇਂ 10ਵੇਂ ਪਾਤਸ਼ਾਹ ਦੇ ਦਰਬਾਰ 'ਚ ਹੀ ਬੈਠੇ ਹੋਈਏ। ਇੱਦਾਂ ਸਾਰਾ ਕੁਝ ਐਨ ਹੂ ਬਹੂ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ, ਕੋਈ ਭਾਵਨਾ ਨਾਲ ਸੁਣੇ। ਅਤੇ ਜਦੋਂ ਸੁਣ ਲੈਂਦੇ ਆ ਫਿਰ ਉਹ ਸਿੱਖਾਂ ਨੂੰ ਗੁਰੂ ਕੀ ਚਾਲ ਆ ਜਾਂਦੀ ਹੈ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ। ਫਿਰ ਜਦੋਂ ਗੁਰੂ ਘਰ ਦੇ ਵਿੱਚ ਕੋਈ ਐਸਾ ਕਰਤੱਵ ਸਮਾਂ ਬਣ ਜਾਂਦਾ, ਉਹ ਫਿਰ ਪਿਛਲਾ ਇਤਿਹਾਸ ਉਹ ਗੁਰਮੁਖਾਂ ਦੇ ਸਾਹਮਣੇ ਆ ਜਾਂਦਾ ਵੀ ਮਹਾਰਾਜ ਦੇ ਸਮੇਂ ਵੀ ਕੋਈ ਇੱਦਾਂ ਹੋਇਆ ਸੀ। ਉਦੋਂ ਫਿਰ ਜਿਹੜੇ ਸਿੱਖਾਂ ਨੇ ਮਹਾਰਾਜ ਦਾ ਭੈ ਭਾਵ ਰੱਖਿਆ ਉਹਨਾਂ ਐਂ ਕੀਤਾ ਸੀ, ਆਪਾਂ ਨੂੰ ਵੀ ਐਂ ਕਰਨਾ ਚਾਹੀਦਾ। ਜਿਨ੍ਹਾਂ ਨੇ ਫਿਰ ਕੋਈ ਇਤਿਹਾਸ ਨਹੀਂ ਸੁਣਿਆ ਹੁੰਦਾ ਅਤੇ ਜਦੋਂ ਕੋਈ ਇਹੋ ਜਿਹਾ ਸਮਾਂ ਬਣ ਜਾਂਦਾ ਫਿਰ ਜਾਣੇ ਅਣਜਾਣੇ ਵਿੱਚ ਉਹ ਫਿਰ ਹੋਰ ਪਾਸੇ ਭੁਗਤਣ ਲੱਗ ਪੈਂਦੇ ਹੈ। ਚਾਹੇ ਉਹ ਮਨ ਕਰਕੇ ਉਹਨਾਂ ਨੂੰ ਇਉਂ ਭੁਲੇਖਾ ਹੁੰਦਾ ਹੈ ਵੀ ਨਹੀਂ ਅਸੀਂ ਸਿੱਧੇ ਰਾਹ ਹੀ ਹਾਂ, ਵੀ ਅਸੀਂ ਗੁਰਮੁਖਾਂ ਵਾਲਾ ਕਰਮ ਹੀ ਕਰ ਰਹੇ ਹਾਂ। ਪਰ ਗੁਰਬਾਣੀ ਅਤੇ ਇਤਿਹਾਸ ਦੀ ਰੌਸ਼ਨੀ ਦੱਸੇਗੀ ਵੀ ਸੱਚ ਕੀ ਝੂਠ ਕੀ। ਮੰਨ ਲਓ ਕੋਈ ਚੋਰ ਹੈ, ਆਪਦੀ ਨਿਗਾਹ ਦੇ ਵਿੱਚ ਚੋਰ ਵੀ ਸ਼ੁੱਧ ਹੁੰਦਾ ਹੈ, ਪਵਿੱਤਰ ਹੁੰਦਾ ਹੈ, ਕਿਉਂ ਉਹਦਾ ਧਰਮ ਹੈ। ਫਿਰ ਉਹ ਆਖੇਗਾ ਵੀ ਬਈ ਮੈਂ ਮਜਬੂਰ ਸਾਂ, ਮੇਰੇ ਬੱਚੇ ਆ, ਮੈਂ ਚੋਰੀ ਜਿਹਦੇ ਘਰ ਹੋਈ ਉਹਦੇ ਵਾਸਤੇ ਉਹ ਮਾੜਾ ਹੈ, ਅਤੇ ਜਿਹੜਾ ਚੋਰ ਮਾਲ ਲੈ ਕੇ ਆਪਦੇ ਘਰ ਜਾਂਦਾ ਉਹਦੇ ਪਰਿਵਾਰ ਵਾਸਤੇ ਤਾਂ ਚੰਗਾ ਹੀ ਹੈ, ਕਿਉਂਕਿ ਟੱਬਰ ਪਾਲ ਰਿਹਾ। ਉਹਦੇ ਬੱਚੇ ਨਾ ਮਾੜਾ ਆਖਣਗੇ ਨਾ ਉਹਨੂੰ, ਉਹਨਾਂ ਵਾਸਤੇ ਤਾਂ ਦੇਵਤਾ ਹੈ, ਘਰ ਲੈ ਆਇਆ ਮਾਲ। ਇਸ ਤਰ੍ਹਾਂ ਸਾਧ ਸੰਗਤ ਜੀ ਵੀ ਮਨ ਕਰਕੇ ਸਾਰੇ ਹੀ ਸ਼ੁੱਧ ਹੁੰਦੇ ਹੈ। ਕਿਸੇ ਨੂੰ ਪੁੱਛੋ ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਮਨ ਕਰਕੇ ਮਨ ਨੂੰ ਤਸੱਲੀ ਦੇਣ ਵਾਸਤੇ ਹਰੇਕ ਪਾਪੀ ਤੋਂ ਪਾਪੀ ਵੀ ਆਪਦੀ ਨਿਗਾਹ ਦੇ ਵਿੱਚ ਸੱਚਾ ਸੁੱਚਾ ਹੁੰਦਾ ਹੈ। ਪਰ ਕੌਣ ਦੱਸੇ ਵੀ ਸੱਚ ਕੀ ਹੈ ਝੂਠ ਕੀ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅਤੇ ਗੁਰੂ ਕਾ ਇਤਿਹਾਸ ਦੱਸਦਾ ਹੁੰਦਾ ਵੀ ਆਹ ਕੰਮ ਚੰਗਾ ਆ ਮਾੜਾ ਹੈ। ਇਤਿਹਾਸ ਦੀ ਕਸਵੱਟੀ 'ਤੇ ਪਰਖਿਆ ਜਾਂਦਾ ਹੈ ਸਿੱਖ ਦੇ ਕਰਤੱਵ ਨੂੰ। ਅਤੇ ਇਤਿਹਾਸ ਤਾਂ ਸਭ ਤਰ੍ਹਾਂ ਦਾ ਹੁੰਦਾ, ਫਿਰ ਜਿੱਥੇ ਵਡਿਆਈ ਮਿਲੀ ਸਿੱਖਾਂ ਨੂੰ ਉਹ ਵੀ ਇਤਿਹਾਸ ਹੈ, ਜਿੱਥੇ ਕਲੰਕ ਮਿਲੇ ਉਹ ਵੀ ਇਤਿਹਾਸ ਬਣਿਆ। ਅਤੇ ਜੇ ਇਤਿਹਾਸ ਸੁਣਿਆ ਪੜ੍ਹਿਆ ਹੋਵੇ ਫਿਰ ਮਨੁੱਖ ਕਦੇ ਵਾਸਤੇ ਵੀ ਇਹੋ ਜਿਹਾ ਭੁੱਲ ਨਹੀਂ ਕਰੇਗਾ। ਜਦੋਂ ਕੋਈ ਸਮਾਂ ਆਏਗਾ ਫਿਰ ਉਹ ਇਤਿਹਾਸ ਤੋਂ ਸੇਧ ਲੈ ਲੈਂਦਾ ਵੀ ਨਹੀਂ, ਇੱਕ ਵਾਰੀ ਮੈਂ ਕਥਾ 'ਚ ਸੁਣਿਆ ਸੀ, ਐਂ ਹੋ ਗਿਆ ਸੀ, ਅਤੇ ਹੁਣ ਜੇ ਮੈਂ ਆਹ ਕਰਤੱਵ ਕੀਤਾ ਤਾਂ ਮੈਂ ਤਾਂ ਉਹਨਾਂ 'ਚ ਗਿਣਿਆ ਜਾਵਾਂਗਾ ਜਿਨ੍ਹਾਂ ਨੂੰ ਗੁਰੂ ਕਲਗੀਧਰ ਸਾਹਿਬ ਦੇ ਦਰਬਾਰ 'ਚ ਦੁਰਕਾਰਿਆ ਗਿਆ, ਰਿਛ ਬਣੇ।
ਇਸ ਤਰ੍ਹਾਂ ਖਾਲਸਾ ਜੀ ਫਿਰ ਉਹ ਸਿਆਣੇ ਸਿੱਖ ਜਿਹੜੇ ਇਤਿਹਾਸ ਨੂੰ ਪੜਚੋਲਣ ਵਾਲੇ ਉੱਥੋਂ ਫਿਰ ਕਿਨਾਰਾ ਕਰ ਲੈਂਦੇ। ਉਹ ਚਾਲ ਚੱਲਦੇ ਆ ਜਿਹੜੀ ਸੁਣੀ ਹੁੰਦੀ ਆ, ਜਿਹਦੇ ਵਿੱਚ ਨਾਨਕ ਤੇ ਮੁੱਖ ਉਜਲੇ ਹੋ ਜਾਣ, ਮਹਾਰਾਜ ਦੇ ਘਰ ਵੀ ਗੁਰੂ ਸਾਹਿਬ ਨੂੰ ਮੁੱਖ ਵਿਖਾਉਣ ਜੋਗੇ ਹੋ ਜਾਈਏ। ਸਤਿਗੁਰੂ ਪਾਤਸ਼ਾਹ ਗਰੀਬ ਨਵਾਜ ਤੋਂ ਲੱਜਾ ਨਾ ਆਵੇ ਦਰਸ਼ਨ ਕਰਨ ਲੱਗਿਆਂ। ਸੰਸਾਰ ਬੇਸ਼ੱਕ ਸਾਰਾ ਉਲਟ ਭੁਗਤ ਜਾਏ, ਪਰ ਪਾਤਸ਼ਾਹ ਮਹਾਰਾਜ ਦੇ ਜਦੋਂ ਦਰਸ਼ਨ ਕਰਨ ਆਵਾਂ ਤੇ ਗਰੀਬ ਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਾਹਮਣੇ ਖੜ ਕੇ ਮਨ ਸ਼ਾਂਤ ਹੋਵੇ। ਕਿਉਂ? ਲੇਖਾ ਤਾਂ ਗੁਰੂ ਕਲਗੀਧਰ ਸਾਹਿਬ ਦੀ ਦਰਗਾਹ 'ਚ ਹੀ ਹੋਣਾ ਨਾ, ਸੰਸਾਰ ਨੂੰ ਤਾਂ ਲੇਖਾ ਦੇਣਾ ਨਹੀਂ। ਫਿਰ ਸੰਸਾਰ ਦੀ ਲੱਜਾ ਕਾਹਦੀ, ਜਦੋਂ ਲੇਖਾ ਹੋਣਾ ਹੀ ਜਿਹੜਾ ਪਾਪ ਪੁੰਨ ਜੋ ਕੀਤਾ, ਪੜ੍ਹਿਆ, ਵਿਚਾਰਿਆ, ਸੁਣਿਆ, ਉਹ ਸਾਰਾ ਮਹਾਰਾਜ ਪਾਤਸ਼ਾਹ ਦੀ ਧੁਰ ਦਰਗਾਹੇ ਲੇਖੇ 'ਚ ਪੈਣਾ। ਤੇ ਫਿਰ ਜਿਹਨੂੰ ਲੇਖਾ ਦੇਣਾ ਉਹਦਾ ਡਰ ਰੱਖ ਮਣਾ। ਇਸ ਤਰ੍ਹਾਂ ਖਾਲਸਾ ਜੀ ਇਤਿਹਾਸ ਸੁਣਨ ਦਾ ਵੱਡਾ ਲਾਭ ਹੁੰਦਾ ਹੈ। ਹੁਣ ਦੇ ਸਮੇਂ ਵਿੱਚ ਤੁਹਾਨੂੰ ਜੇ ਇਤਿਹਾਸ ਸੁਣਿਆ ਹੈ ਤੇ ਸਿੱਖੀ ਕਮਾਉਣੀ ਸੌਖੀ ਹੋ ਜਾਂਦੀ ਹੈ। ਜੇ ਨਹੀਂ ਸੁਣਿਆ ਤੇ ਮਾੜਾ ਕੰਮ ਕਰਕੇ ਵੀ ਆਖੀ ਜਾਵਾਂਗੇ, ਨਹੀਂ ਜੀ ਅਸੀਂ ਕਿਹੜਾ ਕੋਈ ਮਾੜਾ ਕੰਮ ਕਰਦੇ। ਤੂੰ ਕਹਿ ਰਿਹਾ ਨਹੀਂ ਕਰਦੇ, ਪਰ ਤੂੰ ਕਰਕੇ ਕੀਤਾ ਹੋਏਗਾ, ਤੂੰ ਥੋੜ੍ਹਾ ਮੰਨੇਗਾ। ਤੈਨੂੰ ਕੌਣ ਕਹਿ ਰਿਹਾ ਵੀ ਤੂੰ ਮਾੜਾ ਕੰਮ ਨਹੀਂ, ਇਹ ਚੰਗਾ ਹੈ, ਇਹ ਮਾੜਾ ਹੈ। ਇਸ ਕਰਕੇ ਨਿਰਣਾ ਕੌਣ ਕਰੇ? ਨਿਰਣਾ ਕਰੇਗਾ ਗੁਰੂ। ਤੇ ਜਿਹੜਾ ਗੁਰਮੁਖ ਹੋਏਗਾ ਉਹ ਗੁਰੂ ਦੇ ਨਿਰਣੇ ਤੇ ਭਰੋਸਾ ਰੱਖੇਗਾ। ਇਸ ਤਰ੍ਹਾਂ ਜਿਵੇਂ ਆਪ ਜੀ ਨੇ ਕੱਲ੍ਹ ਵੀ ਸਰਵਣ ਕੀਤਾ ਵੀ ਮਹਾਰਾਜ ਦੇ ਘਰ ਦਾ ਆ ਕੇ ਕਿਵੇਂ ਰਹਿਣਾ, ਵੀ ਸਾਰੀ ਉਮਰ ਪਾਤਸ਼ਾਹ ਦੀ ਸੇਵਾ ਕੀਤੀ। ਕੋਈ ਗੁਰਮੁਖ ਬੰਦਗੀ ਵਾਲਾ ਸਿੱਖ ਆਇਆ, ਉਹਨੇ ਆਖਿਆ ਮਹਾਰਾਜ ਮੈਨੂੰ ਪ੍ਰਸ਼ਾਦ ਦੇ ਦਿਓ, ਕਾਹਲੀ ਹੈ। ਤੇ ਸਿੱਖ ਦੇ ਅੰਦਰ ਉਹ ਕੁਝ ਨਾ ਵੇਖਿਆ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕਹਿ ਚਾਨਣ ਸਭ ਮਹਿ ਚਾਨਣ ਹੋਏ। ਵੀ ਇਹ ਨਹੀਂ ਆਖਿਆ ਵੀ ਇਹ ਗੁਰੂ ਕਲਗੀਧਰ ਸਾਹਿਬ ਦਾ ਸਿੱਖ ਹੈ, ਖੌਰੇ ਕੀ ਭਾਵਨਾ ਲੈ ਕੇ ਆਇਆ ਗੁਰਮੁਖ ਪਿਆਰਾ। ਉਹ ਚਾਮੜੀਆਂ ਵਾਲੀ ਬਿਰਤੀ ਸੀ, ਜਿਵੇਂ ਚਾਮੜੀ ਚਾਮੀ ਵੇਂਦੇ ਹੈ। ਉਹਨੇ ਲੀੜੇ ਕੱਪੜੇ ਵੇਖੇ, ਮਿੱਟੀ ਪਈ ਵੇਖੀ, ਕੋਈ ਸੋਹਣਾ ਸਰੂਪ ਨਹੀਂ ਸੀ। ਮੂੰਹ ਸਿਰ ਸਾਰਾ ਦਾੜਾ ਮਿੱਟੀ ਨਾਲ ਭਰਿਆ ਹੋਇਆ। ਉਤੋਂ ਤੋਂ ਵੇਖ ਲਿਆ, ਅੰਦਰਲੀ ਸਿੱਖੀ ਵੇਖੀ ਨਾ। ਕਹਿੰਦਾ ਕਿੱਧਰ ਰੇਛਾਂ ਗੁੱਗਾਂ ਚੜ੍ਹਦਾ ਹੋਣਾ, ਪਿਛਾਂ ਖਲੋ, ਜੇ ਵੱਧ ਗਿਆ ਤੇ ਦੇ ਦਿਆਂਗੇ। ਉਹ ਸਿੱਖ ਦਾ ਮਨ ਟੁੱਟਿਆ ਤੇ ਭੋਏ ਤੇ ਉਹ ਨਿੱਕਾ ਜਿਹਾ ਟੋਟਾ ਪ੍ਰਸ਼ਾਦ ਦਾ ਡਿੱਗਾ ਕਿਤੇ, ਉਹ ਹੀ ਚੁੱਕ ਕੇ ਮੂੰਹ 'ਚ ਪਾ ਕੇ ਆਖਿਆ ਵੀ ਜਾਣ ਗਿਆ ਵੀ ਵੇਖ ਤੂੰ ਐਡਾ ਮੂਰਖ ਹੈ ਵੀ ਸਾਰੀ ਉਮਰ ਗੁਰੂ ਕਲਗੀਧਰ ਸਾਹਿਬ ਜਿਹੜਾ ਖੁਦ ਪਰਮੇਸ਼ਰ ਉਹਦੇ ਘਰ ਸੇਵਾ ਕਰਦਿਆਂ ਲੰਘਾ ਦਿੱਤੀ, ਤੇ ਅਕਲ ਇੰਨੀ ਨਹੀਂ ਆਈ ਵੀ ਸਿੱਖਾਂ 'ਚ ਰਹਿਣਾ ਕਿਵੇਂ ਤੇ ਸਿੱਖਾਂ ਨਾਲ ਵਰਤਣਾ ਕਿਵੇਂ। ਵੀ ਉਹ ਮਨ ਦਾ ਭਾਂਡਾ ਮਾਂਜਿਆ ਹੀ ਨਾ, ਉਹ ਹੰਕਾਰ 'ਚ ਹੀ ਤੁਰਿਆ ਫਿਰਿਆ। ਤੇ ਕੀ ਉਹਦਾ ਨਤੀਜਾ ਨਿਕਲਿਆ? ਉਹ ਸਿੱਖ ਦਾ ਫਿਰ ਮਨ ਟੁੱਟਿਆ ਤੇ ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ। ਕਹਿੰਦਾ ਬਈ ਮੈਂ ਗੁਰੂ ਕਾ ਸਿੱਖ ਹਾਂ, ਮੈਂ ਤਾਂ ਭਾਵਨਾ ਲੈ ਕੇ ਆਇਆ। ਰਿਛ ਵਾਲਾ ਲੱਛਣ ਤਾਂ ਤੇਰਾ ਜਾਪਦਾ, ਕਰਤੂਤ ਪਸ਼ੂ ਕੀ ਮਾਨਸ ਜਾਤ। ਕੁਦ ਤਾਂ ਤੂੰ ਪੈਣਾ, ਵਰਤਾਵਾ ਤਾਂ ਨਿਰਵੈਰ ਚਾਹੀਦਾ ਗੁਰੂ ਕਾ। ਜਦੋਂ ਵਰਤਾਵੇ ਮਹਾਰਾਜ ਦੇ ਹੁਕਮਨਾਮੇ 52, ਪ੍ਰਸ਼ਾਦ ਲੰਗਰ ਵਰਤਾਉਣਾ ਤੇ ਵਿਤਕਰਾ ਨਹੀਂ ਕਰਨਾ ਕਿਸੇ ਨਾਲ, ਜਾਤ ਕਰਕੇ, ਰੰਗ ਕਰਕੇ, ਰੂਪ ਕਰਕੇ, ਇੱਕੋ ਜਿਹਾ ਦੇਣਾ। ਜਦੋਂ ਸਾਰਿਆਂ ਨੂੰ ਵਰਤਾਉਣਾ ਵੀ ਵਰਤਾਵਾ ਨਿਰਵੈਰ ਹੁੰਦਾ ਹੈ। ਤੇ ਵਰਤਾਵਾ ਵੀ ਫਿਰ ਤੂੰ ਕਿਸੇ ਆਮ ਘਰ ਦਾ ਨਹੀਂ, ਤੂੰ ਗੁਰੂ ਕਲਗੀਧਰ ਸਾਹਿਬ ਦੇ ਘਰ ਦਾ ਵਰਤਾਵੇਂ। ਤੇ ਵੰਡ ਵੀ ਸਾਰੀਆਂ ਵਸਤੂਆਂ 'ਚੋਂ ਉੱਤਮ ਵਸਤੂ ਕੜਾਹ ਪ੍ਰਸ਼ਾਦ ਵੰਡ ਰਿਹਾ ਤੂੰ। ਸਾਰੇ ਪਾਸੇ ਉੱਚਾ ਸੁੱਚਾ ਚਾਹੀਦਾ, ਪਰ ਤੂੰ ਵੇਖ ਗੁਰੂ ਕੇ ਸਿੱਖਾਂ ਨੂੰ ਮੰਦਕਬੰਦ ਬੋਲਦਾ। ਸੋ ਇਸ ਤਰ੍ਹਾਂ ਖਾਲਸਾ ਜੀ ਕਈ ਵਾਰੀ ਕੀ ਹੁੰਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੀ ਸਿੱਖੀ ਆ ਇਹ ਕੋਈ ਧਾਰਨ, ਇਹ ਉਤਲੇ ਲਿਬਾਸ ਦਾ ਨਾਂ ਨਹੀਂ ਨਾ ਹੈ। ਸਿੱਖੀ ਤਾਂ ਕਮਾਉਣ ਦਾ ਵਿਸ਼ਾ ਹੈ। ਜਿੰਨੀ ਕੁ ਜਿਵੇਂ ਜ਼ਮੀਨ ਪਈ ਰਵੇ, ਆਖੇ ਜੀ ਮੇਰੇ ਕੋਲ 50 ਕਿੱਲੇ ਹੈ, 100 ਕਿੱਲਾ ਹੈ, ਪਈ ਰਵੇ, ਉਹਦੇ 'ਚ ਹਲ ਵਾਹੇਗਾ, ਉਹਨੂੰ ਸੁਹਾਗੇਗਾ, ਵੱਟ ਬੰਨਾ ਛਾਂਗੇ, ਵੱਤਰ ਲਾਏ, ਸਪਰੇਆਂ ਰੇਹਾਂ ਕਰੇ, ਕਣਕ ਬੀਜੇਗਾ, ਫੇਰ ਹੀ ਜਾ ਕੇ ਕੁਝ ਫਸਲ ਪੈਦਾ ਹੁੰਦੀ ਹੈ। ਤੇ ਜੇ ਕੋਈ ਖਾਲੀ ਜ਼ਮੀਨ ਦਾ ਹੀ ਮਾਲਕ ਬਣਿਆ ਫਿਰ ਉੱਥੇ ਕਰੇ ਕੱਖ ਵੀ ਨਾ, ਤੇ ਕੀ ਉਹ 100 ਕਿੱਲਾ ਮਰੱਬਿਆਂ ਦੇ ਮਰੱਬੇ ਉਹਨੂੰ ਕੁਝ ਦੇਵੇਗਾ? ਭੁੱਖਾ ਹੀ ਰਹੇਗਾ ਨਾ।
ਇਸ ਤਰ੍ਹਾਂ ਖਾਲਸਾ ਜੀ ਜਿਵੇਂ ਜ਼ਮੀਨ ਕਮਾ ਕੇ ਹੀ ਜ਼ਮੀਨ ਦੀ ਆਮਦਨ ਦਾ ਪਤਾ ਲੱਗਦਾ ਹੈ, ਇਸ ਤਰ੍ਹਾਂ ਸਿੱਖੀ ਮਿਲ ਗਈ ਹੈ ਤਾਂ ਫਿਰ ਜ਼ਮੀਨ ਹੀ ਮਿਲੀ ਹੈ। ਇਹਨੂੰ ਵਾਹੁਣਾ ਹੈ, ਬੀਜਣਾ ਹੈ, ਪਾਲਣਾ ਹੈ। ਖੇਤੀ ਹੈ ਗੁਰੂ ਕੀ ਸਿੱਖੀ, ਤੇ ਕਰਮਾਂ ਸੇਤੀ ਹੈ ਵੀ ਸ਼ੁਭ ਕਰਮ ਕਰੋ ਉਹੋ ਜਿਹੀ ਹੋ ਜਾਂਦੀ ਹੈ ਜਿੰਨੀ ਕੋ ਮਿਹਨਤ ਕਰ ਲਏਗਾ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਘਰ ਆ ਕਰ ਸਿੱਖੀ ਜਿੱਥੇ ਧਾਰਨ ਕਰਨੀ, ਫਿਰ ਸਿੱਖੀ ਕਮਾਉਣੀ ਹੈ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਇਹੋ ਜਿਹੀ ਅਵਸਥਾ ਮਹਾਰਾਜ ਬਖਸ਼ਿਸ਼ ਕਰ ਦਿੰਦੇ ਹੈ। ਫਿਰ ਪਾਤਸ਼ਾਹ ਨੇ ਚਲੋ ਗੁਰੂ ਕਾ ਸਿੱਖ ਜਾਣ ਕੇ ਉਹਦਾ ਉਧਾਰ ਵੀ ਕੀਤਾ, ਉਹਦਾ ਪਚੰਗੀ ਕੀਰਤੀ ਆ। ਭਾਈ ਕਹਿੰਦਾ ਮਹਾਰਾਜ ਚਲੋ ਪਿਤਾ ਮੇਰਾ ਹੈ, ਸਿੱਖ ਤਾਂ ਤੁਹਾਡਾ ਹੀ ਹੈ, ਇਹਦਾ ਕਲਿਆਣ ਕਰ ਦਿਓ। ਮਹਾਰਾਜ ਨੇ ਪੰਚਮ ਕੜਾਹ ਪ੍ਰਸ਼ਾਦੀ ਦੇਗ ਉਹਦੇ ਮੂੰਹ 'ਚ ਕਿਣਕਾ ਪਾ ਕੇ ਉਹ ਰਿਛ ਦਾ ਭਾਲੂ ਦਾ ਉਧਾਰ ਕੀਤਾ। ਝਾਟੀ ਉਹ ਚੜਾਈ ਕਰ ਗਿਆ, ਪ੍ਰਾਣਾ ਤੋਂ ਭੈੜੀ ਜੂਨੀ ਤੋਂ ਛੁਟਕਾਰਾ। ਫਿਰ ਇਹ ਨਾਲ ਕੜਾਹ ਪ੍ਰਸ਼ਾਦ ਦੀ ਵੀ ਮਹਾਰਾਜ ਨੇ ਕਿੱਡੀ ਮਹਿਮਾ ਦੱਸੀ ਕੱਲ, ਵੀ ਕੜਾਹ ਪ੍ਰਸ਼ਾਦ ਉਹ ਪ੍ਰਸਾਦ ਹੈ ਗੁਰੂ ਕਾ ਜਿਹੜਾ ਵੇਖੋ ਵੀ ਸਰਾਫਿਆਂ ਹੋਇਆਂ ਦਾ ਸਰਾਫ ਵੀ ਕੱਟ ਦਿੰਦਾ। ਐਡੀ ਬਖਸ਼ਿਸ਼ ਹੈ ਪੰਚਮ ਕੜਾਹ ਪ੍ਰਸਾਦ ਦੀ। ਤਾਂ ਕੜਾਹ ਪ੍ਰਸ਼ਾਦ ਜਦੋਂ ਲੈਣਾ ਤਾਂ ਇਹਦੀ ਕਈਆਂ ਨੂੰ ਕਹੀਦਾ ਤਾਂ ਹੈ, ਉਹ ਉਹਨਾਂ ਨੂੰ ਲੱਗਦਾ ਵੀ ਖਰੇ ਇਹ ਜਾਣ ਕੇ ਸਾਨੂੰ ਤੰਗ ਕਰਦੇ ਹੈ। ਜਦੋਂ ਮੰਗਤਾ ਹੁੰਦਾ ਖਾਲਸਾ ਜੀ, ਮੰਗਣ ਵਾਲੇ ਦੀ ਫਿਰ ਇਹ ਮੰਗਤੇ ਦੀ ਮਰਿਆਦਾ ਹੁੰਦੀ ਵੀ ਉਹ ਨੀਵਾਂ ਹੋ ਕੇ ਲੈਂਦਾ ਹੈ। ਆ ਵੇਖਦੇ ਆਪਾਂ ਮੰਗਤੇ ਕਿਵੇਂ ਮੰਗ ਕੇ ਲੈਂਦੇ, ਤੇ ਜੇ ਮੰਗਤਾ ਨਖਰੇ ਕਰੇ ਤੇ ਉਹ ਦਾਨੀ ਦਾਨ ਦੇਗਾ, ਕਦੇ ਨਾ ਦੇਗਾ। ਇਸ ਕਰਕੇ ਕੜਾਹ ਪ੍ਰਸ਼ਾਦ ਇਹ ਦਾਤ ਹੈ ਤੇ ਗੁਰੂ ਦਾਨੀ ਹੈ। ਸਿੱਖ ਮੰਗਤਾ ਹੈ। ਜਦੋਂ ਕੜਾਹ ਪ੍ਰਸ਼ਾਦੀ ਦੇਗ ਲੈਣੀ ਖਾਲਸਾ ਜੀ, ਭੂਏ 'ਤੇ ਬਹਿ ਕੇ ਲੈਣੀ ਹੈ, ਹੱਥ ਅੱਡ ਕੇ। ਤੇ ਛਕਣ ਦੀ ਪੁਰਾਤਨ ਮਰਿਆਦਾ ਸੀ, ਹੁਣ ਤਾਂ ਅੱਡੇ ਜੇ ਲਾ ਦਿੱਤੇ ਨਾ ਕਮੇਟੀ ਵਾਲਿਆਂ ਵੀ, ਉਹ ਚਲੋ ਖੜੇ ਹੀ ਵਰਤਾਈ ਤੁਰੇ ਜਾਂਦੇ ਆ। ਗੁਰੂ ਘਰ ਵਿੱਚ ਖੜ ਕੇ ਖਾਣ ਦੀ ਮਰਿਆਦਾ ਹੀ ਨਹੀਂ ਹੈ। ਇੱਥੋਂ ਤੱਕ ਕਿ ਜਲ ਛਕਣ ਦੀ ਮਰਿਆਦਾ ਵੀ ਖੜ ਕੇ ਨਹੀਂ ਹੈ ਗੁਰੂ ਘਰ ਵਿੱਚ। ਕੁਝ ਵੀ ਛਕਣਾ ਬਹਿ ਕੇ ਛਕਣਾ, ਚਾਹੇ ਟੂਟੀ ਤੋਂ ਜਲ ਹੀ ਛਕਣਾ ਨਾ, ਬਾਟਾ ਭਰ ਕੇ ਤੇ ਬਹਿ ਕੇ ਛਕਣਾ। ਗੁਰੂ ਘਰ ਵਿੱਚ ਖੜ ਕੇ ਛਕਣ ਦੀ ਮਰਿਆਦਾ ਹੈ ਹੀ ਨਹੀਂ, ਭਾਵੇਂ ਪੰਗਤ ਲੱਗੀ ਤੇ ਭਾਵੇਂ ਨਹੀਂ ਲੱਗੀ। ਇਹ ਪੁਰਾਤਨ ਮਰਿਆਦਾ ਸੀ। ਅਜੇ ਵੀ ਜਿਹੜੇ ਸਿੱਖ ਆ ਨਾ, ਜਿਹੜੇ ਕੋਈ ਬੰਦਗੀ ਵਾਲੇ ਜਿਹੜੇ ਮਹਾਰਾਜ ਦੇ ਜਾਣਦੇ ਆ ਵਿਧੀ ਵਿਧਾਨ ਨੂੰ, ਉਹ ਕਦੀ ਤੁਹਾਨੂੰ ਖੜ ਕੇ ਛਕਦੇ ਨਹੀਂ ਮਿਲਣਗੇ ਕਿਤੇ ਵੀ। ਉਹ ਜਦੋਂ ਛਕਣਗੇ ਬਹਿ ਕੇ ਛਕਣਗੇ, ਚਾਹੇ ਗਲਾਸ ਜਲ ਦਾ ਵੀ ਛਕਣ ਨਾ, ਬਹਿ ਕੇ ਛਕਣਗੇ। ਖੇਤ ਭਾਵੇਂ ਵੱਟਾਂ ਛਾਂਕਦੇ ਹੋਣ, ਜਿਹੜੇ ਰਹਿਣੀ ਬਹਿਣੀ ਵਾਲੇ ਸਿੱਖ, ਉਹ ਜਦੋਂ ਜਲ ਛਕਣਗੇ ਭੋਏ ਦੇ ਬਹਿ ਜਾਣਗੇ ਤੇ ਬਹਿ ਕੇ ਜਲ ਛਕਣਗੇ, ਭਾਂਡੇ ਨਾਲ ਛਕ ਲੈਣ, ਓਕ ਨਾਲ ਛਕ ਲੈਣ। ਇਹ ਮਰਿਆਦਾ ਸੀ ਗੁਰੂ ਘਰ ਵਿੱਚ। ਚਲੋ ਕੜਾਹ ਪ੍ਰਸ਼ਾਦ ਤਾਂ ਬਹੁਤ ਉੱਤਮ ਵਸਤੂ ਹੈ। ਪਾਤਸ਼ਾਹ ਦੇ ਘਰ ਵਿੱਚ ਖੜ ਕੇ ਖਾਣ ਦਾ ਰਿਵਾਜ ਨਹੀਂ ਸੀ ਹੈ ਖਾਲਸਾ ਜੀ। ਚਾਹੇ ਤੁਸੀਂ ਕੁਝ ਵੀ ਕਰ ਦਿਓ ਮਹਾਰਾਜ ਦੇ ਘਰ, ਸਿੱਖ ਗੁਰੂ ਘਰ ਵਿੱਚ ਨਹੀਂ, ਸਿੱਖ ਦੇ ਜੀਵਨ 'ਚ ਜਿਹੜਾ ਗੁਰੂ ਕਾ ਸਿੱਖ ਉਹ ਕਦੀ ਖੜ ਕੇ ਨਹੀਂ ਛਕੇਗਾ ਕਿਤੇ ਵੀ। ਜਦੋਂ ਛਕੇਗਾ ਬਹਿ ਕੇ ਛਕੇਗਾ, ਚਾਹੇ ਆਪਦੇ ਘਰ ਵਿੱਚ ਵੀ ਕਿਉਂ ਨਾ ਹੋਵੇ। ਖੜ ਕੇ ਪਸ਼ੂ ਛਕਦਾ ਹੁੰਦਾ। ਹੁਣ ਤਾਂ ਫਿਰ ਉਹ ਸਾਰਾ ਵਿਧੀ ਵਿਧਾਨ ਗੁਰੂ ਘਰਾਂ 'ਚ ਵੀ ਵਿਗੜਿਆ ਹੋਇਆ। ਤੇ ਚਲੋ ਲੰਗਰ ਦੀ ਮਰਿਆਦਾ ਤਾਂ ਨਾਲ ਪੰਚਮ ਕੜਾਹ ਪ੍ਰਸ਼ਾਦ ਦੀ ਜਿਹੜੀ ਵਿਧੀ ਵਿਧਾਨ ਸੀ, ਉਹ ਜਦੋਂ ਲੈਣਾ ਪ੍ਰਸ਼ਾਦ ਬਹਿ ਕੇ ਲੈਣਾ, ਤੇ ਫਿਰ ਜਦੋਂ ਛਕਣਾ ਫਿਰ ਪਾਸੇ ਹੋ ਕੇ ਬਹਿ ਜਾਣਾ। ਜਾਂ ਜੇ ਸੰਗਤ 'ਚ ਵਰਦਾ ਤਾਂ ਗੱਲ ਵੱਖਰੀ, ਫਿਰ ਤਾਂ ਇੱਥੇ ਬਹਿ ਕੇ ਛਕ ਲੈਣਾ। ਜੇ ਕਿਤੇ ਆਮ ਪ੍ਰਸ਼ਾਦ ਮਿਲਿਆ ਉਹ ਬਹਿ ਕੇ ਲੈ ਲੈਣਾ, ਤੇ ਫਿਰ ਜਿਵੇਂ ਆਪਾਂ ਜਾਂਦੇ ਕਿਸੇ ਸਥਾਨ 'ਤੇ, ਉੱਥੋਂ ਪ੍ਰਸ਼ਾਦ ਲੈ ਲੈਣਾ। ਜੇ ਭੀੜ ਭੜੱਕਾ ਤੇ ਉੱਥੋਂ ਉੱਠ ਕੇ ਪਾਸੇ ਹੋ ਕੇ ਬਹਿ ਜਾਣਾ ਕਿਤੇ, ਤੇ ਭੋਏ 'ਤੇ ਬਹਿ ਕੇ ਪ੍ਰਸ਼ਾਦ ਸਾਰਾ ਛਕ ਕੇ ਫਿਰ ਉੱਠਣਾ। ਤੁਰੇ ਜਾਂਦੇ ਪ੍ਰਸ਼ਾਦ ਐਂ ਫੱਕੇ ਨਹੀਂ ਮਾਰਦੇ ਫਿਰਨਾ ਛੋਲਿਆਂ ਗਾ। ਇਹ ਸਾਧ ਸੰਗਤ ਜੀ ਵੀ ਚਲੋ ਇਹ ਵੀ ਆਪ ਜੀ ਨੇ ਕੱਲ ਸੁਣਿਆ ਵੀ ਕੜਾਹ ਪ੍ਰਸ਼ਾਦ ਦੀ ਦੇਗ ਇਹੋ ਜਿਹੀ ਪਵਿੱਤਰ ਦਾਤ ਹੈ ਜਿਹੜੀ ਸਰਾਫ ਪਿਛਲਾ ਹੋਇਆ ਹੋਵੇ ਤੇ ਉਹ ਵੀ ਕੱਟ ਦਿੰਦੀ ਹੈ। ਮਹਾਰਾਜ ਤਰਸ ਕਰੇ। ਜਿਵੇਂ ਕੋਈ ਅਗਲੀ ਕਥਾ ਹੈ ਆਪ ਜੀ ਸਰਵਣ ਕਰੋ। ਗੁਰੂ ਕਲਗੀਧਰ ਸਾਹਿਬ ਜੀ ਦਾ ਰੋਜ਼ ਦਾ ਜੀਵਨ ਕੈਸਾ ਸੀ ਉਹ ਕਵੀ ਜੀ ਲਿਖ ਰਹੇ। ਚਿੱਤ ਬਿਰਤੀ ਇਕਾਗਰ ਕਰੋ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਤੋ ਇਸ ਤਰ੍ਹਾਂ ਕਵੀ ਜੀ ਕਹਿੰਦੇ ਸੁਭਾਏਮਾਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਗੋਬਿੰਦ ਸਿੰਘ ਸੁਜਾਨ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਤੇ ਸੋ ਸ੍ਰੇਸ਼ਟ ਸਭ ਦੇ ਮਨਾਂ ਦੀਆਂ ਜਾਨੀ ਜਾਣ ਹਨ। ਬਲ ਜੁਤ ਵਧਹ ਸਰੀਰ ਬੱਡ ਸਤਿਗੁਰੂ ਦਾ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ ਸਰੀਰ ਪਾਤਸ਼ਾਹ ਜੀ ਦਾ ਬੜਾ ਬਲੀ ਹੁੰਦਾ ਜਾਂਦਾ ਹੈ, ਨਾਲ ਵੱਧਦਾ ਫੁੱਲਦਾ ਜਾਂਦਾ ਹੈ। ਕਰਹ ਨਰਨ ਕਲਿਆਣ ਰੋਜ਼ ਸਿੱਖ ਆਉਂਦੇ ਮਹਾਰਾਜ ਦੇ ਦਰਸ਼ਨ ਕਰਦੇ, ਪਾਤਸ਼ਾਹ ਜੀ ਸਿੱਖਾਂ ਦੀ ਕਲਿਆਣ ਕਰਦੇ ਆ, ਮੁਕਤੀ ਬਖਸ਼ ਰਹੇ ਆ। ਚੌਪਈ ਆਯੁਧ ਵਿਦਿਆ ਕਹੋ ਅਭਿਆਸ ਪਾਤਸ਼ਾਹ ਜੀ ਮਹਾਬਲੀ ਸੂਰਮੇ ਹੈ ਤੇ ਸੂਰਮੇ ਦਾ ਕਰਤੱਵ ਹੁੰਦਾ ਵਿਦਿਆ ਅਭਿਆਸ, ਭਾਵ ਸ਼ਾਸਤਰ ਦੀ ਵਿਦਿਆ ਦਾ ਬੜਾ ਅਭਿਆਸ ਕਰਦੇ ਹਨ। ਅਪਰ ਸਕਲ ਹੀ ਗੇਰਹ ਪਾਸਹ ਏਦਾਂ ਸੰਗਤ ਜੀ ਵੀ ਹੋਰ ਨਾਲ ਦੇ ਜਿਹੜੇ ਸਿੱਖ ਆ ਉਹ ਵੀ ਸੱਚੇ ਪਾਤਸ਼ਾਹ ਦੇ ਨਾਲ ਜੰਗ ਯੁੱਧ ਦਾ ਅਭਿਆਸ ਕਰਦੇ ਰਹਿੰਦੇ ਆ। ਬਹਿਰ ਜਏ ਤਰਵਾਏ ਨਿਸ਼ਾਨਾ ਮਹਾਰਾਜ ਕੀ ਕਰਦੇ ਵੀ ਨਾਲ ਦੇ ਸੂਰਮਿਆਂ ਨੂੰ ਬਾਹਰ ਲੈ ਜਾਂਦੇ ਉਜਾੜ 'ਚ, ਉੱਥੇ ਮਿੱਟੀ ਦਾ ਬੁੱਤ ਜਾ ਬਣਾ ਲੈਂਦੇ, ਕੋ ਨਿਸ਼ਾਨਾ ਜਾਂ ਉੱਤੇ ਗੱਡ ਦਿੰਦੇ ਆ। ਕਰਹ ਚਲਾਵਨ ਧਨ ਤੇ ਬਾਨਾ ਤੇ ਆਪ ਮਹਾਰਾਜ ਧਨਖ ਦੇ ਵਿੱਚੋਂ ਤੀਰ ਚਲਾਉਂਦੇ ਆ, ਨਿਸ਼ਾਨਾ ਮਾਰਦੇ ਹਨ। ਥਿਰ ਵੀਰ ਆਸਨ ਹੋਏ ਚਲਾਵਹ ਤੇ ਵੀਰ ਆਸਣ ਲਾ ਕੇ ਮਹਾਰਾਜ ਜੀ ਫਿਰ ਚਲਾਉਂਦੇ ਆ, ਕਮਾਨ ਚੋਂ ਤੀਰ ਛੱਡਦੇ। ਵੀਰ ਆਸਣ ਦੀ ਮਰਿਆਦਾ ਹੁੰਦੀ ਆ ਵੀ ਸੱਜਾ ਗੋਡਾ ਤਾਂ ਤੇ ਖੱਬਾ ਗੋਡਾ ਭੁਐਂ ਤੇ ਜਦੋਂ ਅੰਮ੍ਰਿਤ ਛਕਦੇ ਜੇ, ਉਹ ਜਦੋਂ ਅੰਮ੍ਰਿਤ ਲਈਦਾ ਦਾਤ ਉਹ ਵੀਰ ਆਸਣ ਹੁੰਦਾ, ਇਹਨੂੰ ਵੀਰ ਆਸਣ ਕਹਿੰਦੇ ਆ ਵੀ ਖੱਬਾ ਗੋਡਾ ਭੁਐਂ ਤੇ ਲਾ ਕੇ ਸੱਜਾ ਖੜਾ ਕਰਨਾ। ਇਸ ਤਰ੍ਹਾਂ ਤੋ ਇਹਨੂੰ ਵੀਰ ਆਸਣ ਕਹਿੰਦੇ। ਕਹਿੰਦੇ ਵੀਰ ਆਸਣ ਲਾ ਕੇ ਸੱਚੇ ਪਾਤਸ਼ਾਹ ਜੀ ਤੀਰ ਚਲਾਉਂਦੇ ਆ। ਕਬ ਠਾਂਡੇ ਹੱਥ ਲੱਛ ਗਿਰਾਵਹ ਕਈ ਵਾਰੀ ਖੜੇ ਹੋ ਜਾਂਦੇ ਆ ਤੇ ਜ਼ੋਰ ਦੀ ਤੀਰ ਛੱਡ ਕੇ ਉਹ ਲੱਛ ਜਿਹਾ ਜਿਹੜਾ ਬਣਾਇਆ ਹੋਇਆ ਨਿਸ਼ਾਨਾ ਉਹ ਮਾਰ ਕੇ ਥੱਲੇ ਡਿੱਗ ਦਿੰਦੇ ਹਨ। ਕਬ ਹੋ ਕੋ ਵਾਦਾ ਐਂਚਨ ਕਰਹ ਤੇ ਇੱਕ ਕਵਾਦੇ ਹੁੰਦੇ ਆ ਵੀ ਜਿਹੜੇ ਧਨੁਸ਼ ਕੱਲੇ ਨਾ ਉਹ ਅਭਿਆਸ ਵਾਸਤੇ ਹੁੰਦੇ, ਥੋੜੇ ਨਰਮ ਹੁੰਦੇ ਆ, ਖਿੱਚਣੇ ਸੌਖੇ ਹੁੰਦੇ ਆ, ਕੰਡਮ ਹੁੰਦੇ ਮਾੜੇ। ਉਹ ਕਵਾਦੇ ਨਾਮ ਦੇ ਜਿਹੜੇ ਹੁੰਦੇ ਨਾ ਧਨੁਸ਼ ਕਮਾਨ, ਉਹ ਵੀ ਮਹਾਰਾਜ ਅਭਿਆਸ ਵਾਸਤੇ ਚਲਾਉਂਦੇ ਰਹਿੰਦੇ ਆ। ਜਿਮ ਭੁਜ ਦੰਡ ਅਧਿਕ ਬਲ ਧਰਹ ਤਾਂ ਕਿ ਜਿਹੜੇ ਡੌਲੇ ਆ ਇਹਨਾਂ ਦੇ ਵਿੱਚ ਹੋਰ ਵੱਧ ਤੋਂ ਵੱਧ ਜਾਨ ਆ ਜਾਵੇ ਜੀ। ਸੁਨਹ ਪਿਤਾਮੇ ਕੀ ਵਡਿਆਈ ਪੁਰਾਣੇ ਗੁਰਸਿੱਖ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਨਾ ਜਦੋਂ ਗੁਰੂ ਕਲਗੀਧਰ ਸਾਹਿਬ ਦੇ, ਉਹ ਫਿਰ ਮਹਾਰਾਜ ਪਾਤਸ਼ਾਹ ਨੂੰ ਮਹਾਰਾਜ ਦੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਸਾਖੀਆਂ ਸੁਣਾਉਂਦੇ। ਮਹਾਰਾਜ ਤੁਹਾਡੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਤਰ੍ਹਾਂ ਸੀ, ਐਡਾ ਤੇਗਾ ਭਾਰਾ ਰੱਖਦੇ ਸੀ, ਇਸ ਤਰ੍ਹਾਂ ਦੇ ਸਨ, ਜੰਗ ਯੁੱਧ ਕਰਦੇ ਤੇ ਬੜਾ ਕੋਹਰਾਮ ਮਚਾਉਂਦੇ, ਬੱਬਰ ਸ਼ੇਰ ਵਾਂਗੂ ਗੱਜਦੇ। ਜਦੋਂ ਆਪਦੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਵਡਿਆਈਆਂ ਗੁਰੂ ਕਲਗੀਧਰ ਸਾਹਿਬ ਪੁਰਾਣੇ ਸਿੱਖਾਂ ਤੋਂ ਸੁਣਦੇ ਹਨ। ਪਰੇ ਜੰਗ ਬੜ ਭਟ ਸਮੁਦਾਈ ਵੀ ਜਦੋਂ 4 ਜੰਗਾਂ ਵਿੱਚ ਜਿਹੜੇ ਬੜੇ ਬੜੇ ਯੋਧੇ ਚੜ ਚੜ ਕੇ ਆਏ ਤੇ ਤੁਹਾਡੇ ਦਾਦੇ ਸਤਿਗੁਰਾਂ ਮਿੱਟੀ ਵਿੱਚ ਮਿਲਾ ਦਿੱਤੇ ਸਨ। ਦੀਹ ਕਠੋਰ ਸਰਾਸਨ ਧਾਰਹ ਇਹ ਦਸ਼ਮੇਸ਼ ਪਾਤਸ਼ਾਹ ਤੁਹਾਡੇ ਦਾਦੇ ਸਤਿਗੁਰੂ ਬੜਾ ਤਗੜਾ ਧਨੁਸ਼ ਜਿਹੜਾ ਕਰੜਾ ਮਾਂ ਜਿਹੜਾ ਬਲੀ ਸੂਰਮਾ ਹੀ ਚਲਾ ਸਕਦਾ ਸੀ, ਇਹੋ ਜਿਹੇ ਕਮਾਨ ਹੱਥ ਵਿੱਚ ਧਾਰਨ ਕਰਕੇ ਰੱਖਦੇ ਸੀ। 70 ਅਨੇਕਨ ਤੇ ਕਰ ਪਾਰਹ ਤੇ ਅਨੇਕਾਂ ਦੁਸ਼ਮਣਾਂ ਦੇ ਸਰੀਰ ਤੋਂ ਪਾਰ ਲੰਘ ਜਾਂਦਾ ਸੀ, ਕਮਾਨ ਦੇ ਵਿੱਚੋਂ ਤੀਰ ਛੱਡਿਆ। ਕੰਕ ਪੰਖ ਲਗ ਮੋਟੀ ਕਾਨਾ ਜਦੋਂ ਛੱਡਦੇ ਸੀ ਨਾ ਕਮਾਨ ਚੋਂ ਤੀਰ ਤੁਹਾਡੇ ਦਾਦੇ ਸਤਿਗੁਰੂ, ਤੇ ਮਗਰਲੇ ਪਾਸੇ ਜਿਹੜੀ ਉਹ ਬਾਗੜ ਜੀ ਹੁੰਦੀ ਕਮਾਨ ਦੀ ਖੰਭ ਜੇ, ਉੱਥੋਂ ਤੱਕ ਕਮਾਨ ਤੀਰ ਜਿਹੜਾ ਨਾ ਤੁਹਾਡੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਛੱਡਿਆ ਦੁਸ਼ਮਣ ਦੀ ਛਾਤੀ ਵਿੱਚ ਵੜ ਜਾਂਦਾ ਸੀ। ਖਪਰੇ ਮੁਖੀ ਵੱਡੇ ਕਰ ਬਾਨਾ ਫਿਰ ਵੱਡੇ ਵੱਡੇ ਤੀਰ ਚਲਾਉਂਦੇ, ਖੱਪਰੇ ਤੀਰ ਜਿਹਦਾ ਗਿੱਠ ਗਿੱਠ ਚੌੜਾ ਫਾਲਾ ਹੁੰਦਾ ਸੀ, ਪਾਨ ਦੇ ਪੱਤੇ ਵਰਗੇ ਤੀਰ, ਐਸੇ ਖੱਪਰੇ ਤੀਰ ਚਲਾਇਆ ਕਰਦੇ ਸਨ। ਜਿਨ ਕੇ ਆਗੇ ਅਰਿਓ ਨਾ ਕੋਈ ਇਹੋ ਜਿਹੇ ਸੀ ਤੁਹਾਡੇ ਸਤਿਗੁਰੂ ਦਾਦੇ, ਜਿਨ੍ਹਾਂ ਦੇ ਅੱਗੇ ਵੱਡੇ ਵੱਡੇ ਸੂਰਮੇ ਪੈਂਦੇ ਖਾਂ ਅਰਗੇ ਅੜੇ ਨਹੀਂ ਸਨ। ਕਈ ਬਾਰ ਬੜ ਸੰਘਰ ਹੋਈ ਬੜੇ ਬੜੇ ਜੰਗ ਯੁੱਧ ਕੀਤੇ ਤੇ ਵੱਡਿਆਂ ਵੱਡਿਆਂ ਜਰਨੈਲਾਂ ਨੂੰ ਧੂੜ ਚਟਾ ਦਿੰਦੇ ਸੀ। ਸੁਨਹ ਚੌਪ ਚਿਤ ਅਧਿਕ ਵਧਾਵਹ ਏਦਾਂ ਖਾਲਸਾ ਜੀ ਜਦੋਂ ਪੁਰਾਣੇ ਸਿੱਖਾਂ ਤੋਂ ਦਸਵੇਂ ਪਾਤਸ਼ਾਹ ਦੇ ਦਾਦੇ ਸਤਿਗੁਰੂ ਦੀ ਵਡਿਆਈ ਸੁਣਦੇ ਆ ਨਾ, ਤੇ ਬੜਾ ਚਾਅ ਚੜ੍ਹਦਾ, ਬੜਾ ਖੁਸ਼ਾ ਚੜ੍ਹਦਾ ਹੈ ਸਤਿਗੁਰਾਂ ਵੱਡਿਆਂ ਦੀ ਸੋਭਾ ਸੁਣ ਕਰਕੇ। ਕਾਰੀਗਰਨ ਹਜੂਰ ਬੁਲਾਵਹ ਫਿਰ ਆਪ ਜੀ ਨੇ ਕੀ ਕੀਤਾ ਵੀ ਜਿਹੜੇ ਕਾਰੀਗਰ ਹੁੰਦੇ ਮਿਸਤਰੀ,
ਉਹ ਸ਼ਾਸਤਰ ਬਣਾਉਣ ਵਾਲੇ ਉਹਨਾਂ ਨੂੰ ਆਪਦੇ ਕੋਲ ਸੱਦ ਲੈਂਦੇ ਆ ਦੇ ਦੇ ਸੀਖ ਕਰਾਵਹਿ ਖਪਰੇ। ਤੇ ਆਪਦੀ ਮਰਜ਼ੀ ਦੇ ਖੱਪੜੇ ਤੀਰ ਕਢਾਉਂਦੇ ਵੀ ਇਦਾਂ ਦਾ ਬਣਾ ਕੇ ਦਿਓ, ਸਾਨੂੰ ਇਦਾਂ ਦਾ ਤੀਰ ਬਣਾਓ, ਇਦਾਂ ਦੇ ਬਣਾਓ। ਖੱਪਰੇ ਤੀਰ ਆਪਦੀ ਮਰਜ਼ੀ ਨਾਲ ਤਿਆਰ ਕਰਵਾਏ ਹਨ। ਇਸੀ ਰੀਤ ਘਨ ਆਯੁਧ ਖਪਰੇ ਅਪਰੇ। ਇਦਾਂ ਕੱਲੇ ਕਮਾਨ ਤੀਰ ਹੀ ਨਹੀਂ, ਹੋਰ ਵੀ ਬੜੇ ਬੜੇ ਸ਼ਾਸਤਰ ਜਿੰਨਾ ਕੁ ਵਜਨ ਚੁੱਕ ਸਕਦੇ ਆਪਦੀ ਮਰਜ਼ੀ ਨਾਲ ਵੱਡੇ ਵੱਡੇ ਸ਼ਾਸਤਰ ਬਣਵਾ ਲਏ ਆ। ਛੇਲੇ ਸਾਂਗਨ ਭਾਲੇ ਭਲੇ। ਬਰਸ਼ੇ ਬਰਸ਼ੀਆਂ, ਸਾਂਗ ਹੁੰਦੀ ਲੋਹੇ ਦੀ ਡਾਂਗ ਵਾਲੀ, ਬੜੇ ਭਾਲੇ ਨੇਜੇ ਬੜੇ ਵੱਡੇ ਵੱਡੇ ਬਣਵਾ ਲਏ ਹਨ। ਕਾਰੀਗਰ ਲੈ ਲੈ ਗਨ ਮਿਲੇ। ਬੜੇ ਕਾਰੀਗਰ ਆਉਂਦੇ ਤੇ ਬੜੇ ਮਹਾਰਾਜ ਉਹ ਜਾਣਦੇ ਆ, ਕਾਰੀਗਰ ਜਿਹੜੇ ਵੀ ਪਾਤਸ਼ਾਹ ਸ਼ਾਸਤਰ ਦੇ ਬੜੇ ਪ੍ਰਸੰਨ ਹੁੰਦੇ ਆ, ਪ੍ਰੇਮੀ ਆ, ਲੈ ਲੈ ਕੇ ਬੜੇ ਤਰ੍ਹਾਂ ਦੇ ਸ਼ਾਸਤਰ ਤੇ ਮਹਾਰਾਜ ਦੇ ਪਾਸ ਆਉਂਦੇ ਹਨ। ਹੇਰ ਹੇਰ ਸ਼ਸਤਰਨ ਹਰ ਖਾਵੈ। ਤੇ 10ਵੇਂ ਪਾਤਸ਼ਾਹ ਨਵੇਂ ਬਣੇ ਸ਼ਾਸਤਰ ਵੇਖ ਵੇਖ ਬੜੇ ਖੁਸ਼ ਹੁੰਦੇ ਆ। ਬਖਸ਼ਸ ਧਨ ਕੀ ਅਧਿਕ ਦਿਵਾਵੈ। ਜੇ ਕੋਈ ਚੰਗਾ ਸ਼ਾਸਤਰ ਬਣਾ ਕੇ ਲਿਆਉਂਦਾ ਤੇ ਮਹਾਰਾਜ ਉਸ ਕਾਰੀਗਰ ਨੂੰ ਖੁੱਲੀ ਡੁੱਲੀ ਮਾਇਆ ਖਜ਼ਾਨੇ ਚੋਂ ਦਵਾਉਂਦੇ ਆ। ਸੁਨ ਸੁਨ ਜਸ ਆਵਹਿ ਨਰ ਕਨੇ। ਏਦਾਂ ਸੁਣ ਸੁਣ ਕੇ ਪਾਤਸ਼ਾਹ ਦੀ ਸੋਭਾ ਬੜੇ ਲੋਕ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਆ। ਆਯੁਧ ਅਰਪਤ ਹੈ ਅਨਗਿਨੇ। ਤੇ ਜਿਹੜਾ ਆਉਂਦਾ ਉਹ ਸ਼ਾਸਤਰ ਲੈ ਕੇ ਆਉਂਦਾ, ਅਣਗਿਣਤ ਸ਼ਾਸਤਰ ਮਹਾਰਾਜ ਦੇ ਕੋਲ ਭੇਟ ਕਰਦੇ ਆ ਸਿੱਖ। ਵੀਰ ਸਮੀਪੀ ਬਖਸ਼ਨ ਕਰੈ। ਏਦਾਂ ਖਾਲਸਾ ਜੀ ਬੜੇ ਤੀਰ ਕਮਾਨ ਹੋਰ ਸੂਰਮੇ ਸਤਿਗੁਰਾਂ ਦੇ ਕੋਲ ਬਖਸ਼ਿਸ਼ਾਂ ਕਰ ਮਹਾਰਾਜ ਪਾਤਸ਼ਾਹ ਜੀ ਜਦੋਂ ਸ਼ਾਸਤਰ ਲੈ ਲੈਂਦੇ ਤੇ ਜਿਹੜੇ ਲਾਗੇ ਸੂਰਮੇ ਖੜੇ ਹੁੰਦੇ ਪਾਤਸ਼ਾਹ ਜੀ ਸਿੱਖਾਂ ਤੋਂ ਆਏ ਸ਼ਾਸਤਰ ਜਿਹੜੇ ਉਹ ਸੂਰਮਿਆਂ ਵਿੱਚ ਵੰਡ ਦਿੰਦੇ, ਫੌਜ ਵਿੱਚ ਵੰਡ ਦਿੰਦੇ ਆ। ਗਹੇ ਸੋ ਹਰਖ ਹਿਰਦੇ ਬਹੁ ਧਰੈ। ਤੇ ਸੂਰਮੇ ਸ਼ਾਸਤਰ ਫੜ ਫੜ ਕੇ ਨਵਾਂ ਮਿਲਿਆ ਸ਼ਾਸਤਰ ਬੜੇ ਪ੍ਰਸੰਨ ਹੁੰਦੇ ਆ। ਕਾਰੀਗਰਨ ਟਿਕਾਵਹਿ ਬ੍ਰਿੰਦੇ। ਤਾਂ ਮਰ ਨੇ ਸ੍ਰੀ ਅਨੰਦਪੁਰ ਸਾਹਿਬ ਆਪਦੇ ਹੀ ਨਵੇਂ ਕਾਰੀਗਰ ਤੇ ਜਿਵੇਂ ਸ਼ਾਸਤਰ ਬਣਾਉਣ ਦੇ ਛੋਟੇ ਛੋਟੇ ਕਾਰਖਾਨੇ ਲਵਾ ਦਿੱਤੇ ਆ। ਕਰਹ ਅਨੇਕ ਵਿਧਾਨ ਬਿਲੰਦੇ। ਤੇ ਬੜੇ ਵਿਧੀ ਵਿਧਾਨ ਨਾਲ ਸ਼ਾਸਤਰ ਬਣੇ ਬਣਾਏ ਜਾ ਰਹੇ, ਘੜੇ ਜਾ ਰਹੇ ਹਨ। ਦਿਨ ਬ੍ਰਤ ਹੀ ਸਮਾਜ ਬਿਰਧਾਵਹਿ। ਏਦਾਂ ਸਾਧ ਸੰਗਤ ਜੀ ਰੋਜ਼ ਦੀ ਰੋਜ਼ ਮਹਾਰਾਜ ਦੇ ਘਰ ਘੋੜੇ ਜੋੜੇ ਹਾਥੀ ਤੇ ਬੜੇ ਨਗਾਰੇ ਧੌਂਸੇ, ਇਸ ਤਰ੍ਹਾਂ ਬੜੇ ਸ਼ਾਸਤਰ ਵੱਧਦੇ ਜਾਂਦੇ ਆ। ਰਾਖਾਂ ਚਾਕਰ ਜੇ ਢਿਗ ਆਵਹਿ। ਜੇ ਕੋਈ ਨੌਜਵਾਨ ਆਉਂਦਾ ਤੇ ਸਤਿਗੁਰੂ 1 ਰੁਪਈਆ ਰੋਜ਼ ਦੀ ਤਨਖਾਹ ਦੇ ਉੱਪਰ 30 ਰੁਪਏ ਮਹੀਨੇ ਤੇ ਰੱਖ ਲੈਂਦੇ ਆ। ਕਿਤੇਕ ਦੇਗ ਤੇ ਅਚਹਿ ਆਹਾਰਾ। ਗੁਰੂ ਕਾ ਲੰਗਰ ਖੁੱਲਾ ਚੱਲਦਾ, ਬੜੀਆਂ ਸੰਗਤਾਂ ਰੋਜ਼ ਲੰਗਰ ਪ੍ਰਸ਼ਾਦਾ ਛਕ ਰਹੀਆਂ ਹਨ। ਕਿਤੇਕ ਰਸਤਲੇ ਕਰਹਿ ਗੁਜ਼ਾਰਾ। ਕਈ ਆਪਦਾ ਪ੍ਰਸ਼ਾਦਾ ਬਣਾਉਂਦੇ ਜਿਹੜੇ ਉਹ ਮਹਾਰਾਜ ਦੇ ਖਜ਼ਾਨੇ ਚੋਂ ਰਸਤ ਬਸਤ ਲੈ ਲੈਂਦੇ ਆ। ਧਨ ਕੀ ਦੇਹਤ ਨੌਕਰੀ ਤਿਨੈ। ਪਾਤਸ਼ਾਹ ਜੀ ਧਨ ਦਿੰਦੇ ਆ, ਭਾਵ ਜਿਹੜੇ ਚਾਕਰ ਰੱਖੇ ਹੋਇਆ, ਕੋਈ ਨੌਕਰੀ ਕਰਦਾ, ਕੋਈ ਸੇਵਾਦਾਰ ਆ। ਸੇਵਾਦਾਰ ਹੁੰਦੇ ਪ੍ਰੇਮ ਦੇ ਬੱਝੇ, ਹੋਰ ਜਿਹੜਾ ਕੋਈ ਨੌਕਰੀ ਤੇ ਲੱਗਾ ਮਹਾਰਾਜ ਉਹਨੂੰ ਉਹਦੀ ਨੌਕਰੀ ਦਿੰਦੇ ਰਹਿੰਦੇ ਆ, ਭਾਵ ਉਹਦੀ ਤਨਖਾਹ ਦਿੰਦੇ ਰਹਿੰਦੇ ਆ। ਜੇ ਨਿਤ ਰਹਿਤ ਵੀਰ ਰਸ ਸਨੈ। ਇਹੋ ਜਿਹੇ ਸੂਰਮੇ ਜਿਹੜੇ ਵੀਰ ਰਸ ਦੇ ਸਹਿਤ ਰਹਿੰਦੇ ਆ, ਮਹਾਰਾਜ ਉਹਨਾਂ ਨੂੰ ਤਨਖਾਹਾਂ ਵੀ ਵੰਡਦੇ ਹਨ। ਹੈਨ ਅਰੂਢਹ ਵਹਿਰ ਸਿਧਾਰਹ। ਘੋੜਿਆਂ ਦੀ ਸਵਾਰੀ ਕਰਦੇ ਸਤਿਗੁਰੂ ਆਪ ਨਾਲ ਸੂਰਮੇ ਰੱਖਦੇ ਆ ਤੇ ਖੇਤਾਂ ਨੂੰ ਬਾਹਰ ਉਜਾੜ ਨੂੰ ਚਲੇ ਜਾਂਦੇ ਹਨ। ਬ੍ਰਿਤ ਅਖੀਰ ਕਰਹਿ ਮੁਦ ਧਾਰਹ। ਸ਼ਿਕਾਰ ਖੇਡਦੇ ਆ ਤੇ ਬੜਾ ਆਨੰਦ ਧਾਰਦੇ, ਬੜੇ ਖੁਸ਼ ਹੁੰਦੇ ਆ। ਮ੍ਰਿਗਨ ਧਵਾਏ ਥਕਾਵਹਿ ਜਬੈ। ਜਾਨਵਰਾਂ ਮਗਰ ਘੋੜੇ ਲਾ ਲਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਜਾਨਵਰਾਂ ਨੂੰ ਹੰਭਾ ਲੈਂਦੇ, ਥੱਕ ਜਾਂਦੇ ਜਦੋਂ। ਘੇਰ ਘੇਰ ਸਰ ਮਾਰਹ ਤਬੈ। ਤੇ ਭੱਜੇ ਜਾਂਦੇ ਜਾਨਵਰਾਂ ਤੇ ਸਤਿਗੁਰੂ ਦੀ ਕਲਿਆਣ ਵਾਸਤੇ ਸ਼ਿਕਾਰ ਖੇਡਦੇ, ਤੀਰ ਛੱਡ ਛੱਡ ਕੇ ਮਾਰਦੇ ਆ। ਕੋ ਤੁਫੰਗ ਕੋ ਛੋਰਤ ਹਨੇ। ਕਈ ਗੋਲੀ ਛੱਡ ਕੇ ਭਾਵ ਬੰਦੂਕ ਦੇ ਨਾਲ ਮਾਰੇ ਜਾ ਰਹੇ ਹਨ। ਸਿੱਖਹਿ ਸ਼ਸਤਰ ਪ੍ਰਹਾਰਨ ਕਨੇ। ਏਦਾਂ ਸਤਿਗੁਰੂ ਜੀ ਆਪ ਵੀ ਸੂਰਮਿਆਂ ਨੂੰ ਸ਼ਾਸਤਰ ਸਿਖਾਉਣ ਦੀ, ਸ਼ਾਸਤਰ ਚਲਾਉਣ ਦੀ ਜਾਚ ਸਿਖਾ ਰਹੇ ਆ। ਕੋ ਕਿਰਪਾਨ ਤੇ ਕਰਹਿ ਸੰਘਾਰਨ। ਕੋਈ ਕਿਰਪਾਨ ਦੇ ਨਾਲ ਵਾਰ ਕਰਕੇ ਸ਼ਿਕਾਰ ਖੇਡਦਾ ਹੈ। ਕੋ ਤੁਮਰ ਪ੍ਰਮਾਏ ਪਰਹਾਰਨ। ਕਈ ਜਿਹੜੇ ਹੈ ਉਹ ਆਪਣਾ ਵਰਸ਼ਾ ਜਾ ਹੁੰਦਾ ਉਹਦੇ ਨਾਲ ਦੂਰੋਂ ਸੁੱਟ ਕੇ ਵਾਰ ਕਰਨਾ ਸਿੱਖ ਰਹੇ ਆ। ਸਿਕਰੇ ਜੁਰਰੇ ਬਾਜ ਸਵਾਨ। ਮਹਾਰਾਜ ਨੇ ਬਾਜ ਰੱਖੇ, ਸ਼ਿਕਾਰੀ ਕੁੱਤੇ ਰੱਖੇ ਹੋਏ ਆ। ਬਾਜਾਂ ਦੀਆਂ ਕਿਸਮਾਂ ਹੁੰਦੀਆਂ, ਸ਼ਿਕਰੇ ਤੇ ਜੁਰਰੇ ਆਦਿਕ ਕਿਸਮ ਦੇ ਛੋਟੇ ਵੱਡੇ ਬਾਜ ਹੁੰਦੇ ਆ। ਇਨ ਤੇ ਕਰਹਿ ਅਖੀਰ ਮਹਾਨ। ਇਸ ਤਰ੍ਹਾਂ ਮਹਾਰਾਜ ਰੋਜ਼ ਬੜਾ ਭਾਰੀ ਸ਼ਿਕਾਰ ਖੇਡਣ ਜਾਂਦੇ ਆ। ਹੈ ਅਰੂਢ ਵੇ ਵਿਦਿਆ ਫੇਰਨ। ਫਿਰ ਘੋੜਾ ਚਲਾਉਣ ਦੀ ਜਾਚ ਸੂਰਮਿਆਂ ਨੂੰ ਸਿਖਾਉਂਦੇ ਵੀ ਘੋੜਾ ਕਿਵੇਂ ਚਲਾਉਣਾ ਹੈ।
ਤੇ ਘੋੜਾ ਦੌੜਾਉਣਾ ਕਿਵੇਂ, ਹੌਲੀ ਕਦੋਂ ਕਰਨਾ ਹੈ, ਘੋੜੇ ਚੱਲਦੇ ਤੇ ਕਿਵੇਂ ਵਾਰ ਕੀਤਾ ਜਾਂਦਾ ਹੈ। ਅਧਿਕ ਤਵਾਵਹਿ ਫੰਦਹ ਪ੍ਰੇਰਨ। ਏਦਾਂ ਖਾਲਸਾ ਜੀ ਘੋੜੇ ਨੂੰ ਭਜਾਉਣਾ, ਘੋੜੇ ਨੂੰ ਪ੍ਰੇਰਨਾ ਅੱਡੀ ਉੱਡੀ ਮਾਰਨੀ, ਉਹ ਸਾਰਾ ਕੁਝ ਸਿਖਾਇਆ ਜਾ ਰਿਹਾ ਹੈ। ਛਾਲ ਵਿਸਾਲ ਅਲਪ ਕਰਵਾਵਹਿ। ਕਿਵੇਂ ਲੰਮੀ ਛਾਲ ਮਰਾਉਣੀ ਹੈ, ਛੋਟੀ ਛਾਲ ਕਿਵੇਂ ਮਰਵਾਉਣੀ ਹੈ। ਬਾਗਨ ਕੇ ਅਨੁਸਾਰ ਤੇ ਭਰਮਾਵਹਿ। ਬਾਗਾਂ ਕਿਵੇਂ ਫੜਨੀਆਂ, ਵਾਗਾਂ ਖਿੱਚ ਕੇ ਤੇ ਕਿਵੇਂ ਘੋੜੇ ਨੂੰ ਆਪਦੀ ਮਰਜ਼ੀ ਨਾਲ ਚਲਾਉਣਾ ਭਰਮਾਉਣਾ ਹੈ। ਕਰਹ ਕੁੰਡਲਾਕਾਰ ਵਿਸਾਲੇ। ਤੇ ਕਿਵੇਂ ਘੋੜੇ ਨੂੰ ਬਾਗਾਂ ਫੜ ਕੇ ਤੇ ਇੱਕ ਥਾਂ ਤੇ ਗੇੜਾ ਕਢਾਈ ਜਾਣਾ, ਜਿਵੇਂ ਕੁੰਡਲ ਹੁੰਦਾ ਗੋਲ, ਏਦਾਂ ਇੱਕ ਥਾਂ ਤੇ ਗੋਲ ਘੇਰਾ ਜਾ ਕਿਵੇਂ ਕਢਾਈਦਾ, ਉਹ ਵੀ ਸਿਖਾ ਰਹੇ ਹਨ ਜੀ। ਪਲਟਹ ਤੁਰਤ ਫੁਰਤ ਕਰ ਨਾਲੇ। ਕਿਵੇਂ ਪਲਟ ਕੇ ਗਾਂਹ ਨੂੰ ਜਾਂਦੇ, ਘੋੜੇ ਨੂੰ ਪਲਟ ਕੇ ਹੱਲੇ ਨਾਲ ਹੀ ਉਵੇਂ ਹੀ ਪਿੱਛੇ ਨੂੰ ਤੋਰ ਦੇਣਾ, ਕਿਵੇਂ ਫੁਰਤੀ ਘੋੜੇ ਦੀ, ਘੋੜੇ ਨੂੰ ਫੁਰਤੀ ਵਿੱਚ ਕਿਵੇਂ ਲਿਆਉਣਾ ਹੈ, ਉਹ ਸਾਰਾ ਕੁਝ ਮਹਾਰਾਜ ਸਿਖਾ ਰਹੇ ਆ। ਪੁਨః ਅਟੇਰਨ ਕੀ ਵਿਧ ਪ੍ਰੇਰਨ। ਰੋਕਣਾ ਕਿਵੇਂ ਹੈ, ਅਟਕਾਉਣਾ ਕਿਵੇਂ, ਉਹਦੀ ਪ੍ਰੇਰਨਾ ਦੇ ਰਹੇ ਹਨ ਜੀ। ਹੇਤ ਚਲਾਕੀ ਫਿਰ ਫੇਰਨ। ਚਲਾਕੀ ਘੋੜੇ ਦੀ ਕਿਵੇਂ, ਭਾਵ ਜਦੋਂ ਕੋਈ ਵਾਰ ਕਰੇ ਤੇ ਘੋੜੇ ਨੂੰ ਕਿਵੇਂ ਖੱਬੇ ਸੱਜੇ ਕਰਕੇ ਵਾਰ ਤੋਂ ਬਚਣਾ ਹੈ, ਐਸੀਆਂ ਚਲਾਕੀਆਂ ਚੁਸਤੀਆਂ, ਫੇਰਨਾ ਮੋੜਨਾ ਘੋੜਾ, ਸਾਰਾ ਕੁਝ ਸਿਖਾਇਆ ਜਾ ਰਿਹਾ ਹੈ। ਦਿਨ ਪ੍ਰਤ ਬਹੁ ਬਿਲਾਸ ਗੁਰ ਕਰੈ। ਇਸ ਤਰ੍ਹਾਂ ਖਾਲਸਾ ਜੀ ਜੰਗਾਂ ਯੁੱਧਾਂ ਵਾਲੀਆਂ ਮਸ਼ਕਾਂ ਮਹਾਰਾਜ ਕਰਦੇ ਆ, ਤੇ ਰੋਜ਼ ਦੀ ਰੋਜ਼ ਬੜੇ ਭਾਰੀ ਕੌਤਕ ਹੁੰਦੇ ਆ। ਪੇਖ ਸਿਖ ਸੰਗਤ ਇਮ ਉਰ ਧਰੈ। ਜਦੋਂ ਸੰਗਤਾਂ ਜਿਹੜੀਆਂ ਆਮ ਆਉਂਦੀਆਂ ਘਰਾਂ ਚੋਂ, ਜਦੋਂ ਦਸਵੇਂ ਪਾਤਸ਼ਾਹ ਨੂੰ ਏਦਾਂ ਵੇਂਦੇ ਆ ਨਾ, ਰਾਜਿਆਂ ਮਹਾਰਾਜਿਆਂ ਵਾਂਗਰਾਂ ਸ਼ਿਕਾਰ ਕਰਦੇ ਵੇਖਦੇ ਆ। ਰੀਤ ਪਿਤਾਮੇ ਕੀ ਉਰ ਧਾਰੀ। ਤੇ ਜਾਣਦੇ ਸਿੱਖ ਵੀ ਇਹਨਾਂ ਨੇ ਤਾਂ ਆਪਦੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਲੀ ਮਰਿਆਦਾ ਧਾਰਨ ਕੀਤੀ ਹੋਈ ਹੈ। ਵਿਧ ਸੰਘਰ ਕੀ ਸਕਲ ਸੰਭਾਰੀ। ਵੀ ਜਿਹੜਾ ਜੰਗ ਦਾ ਮੈਦਾਨ ਹੁੰਦਾ, ਕਿਵੇਂ ਜੰਗ ਯੁੱਧ ਲੜਨਾ, ਇਹ ਤਾਂ ਸਾਰਾ ਕੁਝ ਜੰਗ ਯੁੱਧ ਲੜਨ ਦੀਆਂ ਤਿਆਰ ਕਰ ਰਹੇ ਆ। ਇਹ ਘਲ ਹੈ ਸ਼ਸਤਰਨ ਕਮਸਾਨੇ। ਤੇ ਸਿੱਖ ਗੱਲਾਂ ਕਰਦੇ ਆ ਵੀ ਇਹ ਤਾਂ ਆਪਦੇ ਦਾਦੇ ਸਤਿਗੁਰੂ ਵਾਂਗੂ ਹੋਰ ਸਮਾਂ ਪਾ ਕੇ ਜਦੋਂ ਗੱਭਰੂ ਪੂਰੇ ਹੋ ਜਾਣਗੇ ਤੇ ਵੀ ਲੱਗਦਾ ਵੀ ਦਾਦੇ ਵਾਂਗੂ ਬੜਾ ਜੰਗ ਯੁੱਧ ਕਰਿਆ ਕਰਨਗੇ। ਆਯੁਧ ਵਿਦਿਆ ਮਹਿ ਸਵਧਾਨੇ। ਕਿਉਂਕਿ ਸ਼ਾਸਤਰ ਵਿਦਿਆ ਦੇ ਬੜੇ ਧਨੀ, ਬੜੇ ਤਿਆਰ ਬਰ ਤਿਆਰ ਦਸਵੇਂ ਪਾਤਸ਼ਾਹ ਹਨ। ਜਥਾ ਚਰਿਤਰ ਤਿਨਹੋ ਕੇ ਸੁਨੇ। ਜਿਹੋ ਜੀਆਂ ਗੱਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਸੁਣੀਆਂ ਜਾਂਦੀਆਂ ਸੀ ਵੀ ਬੜੇ ਜੰਗੀ ਜਰਨੈਲ ਸਨ। ਤਥਾ ਇਨਹੋ ਮੈਂ ਪਈਅਤ ਘਨੇ। ਤੇ ਉਹ ਜੇ ਗੁਣ, ਜਿਹੜੇ ਗੁਣ ਲੱਛਣ ਆ, ਉਹ ਗੁਰੂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਿੱਚ ਵੀ ਜਾਣੇ ਸੁਣੇ ਜਾਂਦੇ ਆ। ਕਰਾਤ ਮਾਨ ਬੜ ਰੂਪ ਪ੍ਰਕਾਸ਼ ਹੈ। ਜਿਨ੍ਹਾਂ ਦਾ ਸਰੂਪ ਬੜਾ ਕ੍ਰਾਂਤਮਾਨ, ਐਨ ਦਗ ਦਗ ਕਰਦਾ, ਸਤਿਗੁਰਾਂ ਦਾ ਸਰੂਪ ਸੁੰਦਰ ਚਿਹਰਾ ਪ੍ਰਕਾਸ਼ ਦਾ ਹੈ। ਹੋਏ ਪ੍ਰਸੰਨ ਬਖਸ਼ਤ ਸੁਖ ਰਸ ਹੈ। ਜਿਹਦੇ ਤੇ ਖੁਸ਼ ਹੋ ਜਾਂਦੇ ਉਹਨੂੰ ਸੁੱਖਾਂ ਦੀਆਂ ਦਾਤਾਂ, ਪੂੰਜੀ ਖਜ਼ਾਨੇ ਬਖਸ਼ ਦਿੰਦੇ ਆ। ਜਿਨ ਕੀ ਰੀਝ ਖੀਜ ਬਿਨ ਮੇਘੂ। ਐਸੇ ਦਸਵੇਂ ਪਾਤਸ਼ਾਹ ਜਿਨ੍ਹਾਂ ਦੀ ਖੁਸ਼ੀ ਤੇ ਗਮੀ, ਰੀਝ ਦਾ ਭਾਵ ਖੁਸ਼ ਲਾ ਲੈਣਾ, ਤੇ ਜਿਵੇਂ ਕਿ ਨਾ ਇੱਕ ਰਿੱਝ ਜਾਣਾ ਤੇ ਖਿੱਝ ਜਾਣਾ, ਖਿੱਝਣਾ ਗੁੱਸਾ ਤੇ ਰੀਝ ਖੁਸ਼ ਹੋ ਜਾਣਾ, ਭਾਵ ਐਸੇ ਦਿਆਲੂ ਕਿਰਪਾਲੂ ਸਤਿਗੁਰੂ ਜੇ ਖੁਸ਼ ਹੋ ਜਾਣ ਤੇ ਉਹ ਵੀ ਤਾਰ ਦਿੰਦੇ ਆ, ਜੇ ਮਹਾਰਾਜ ਕਿਸੇ ਦੇ ਨਾਰਾਜ਼ ਹੋ ਜਾਣ ਤੇ ਤਾਂ ਫਿਰ ਮਾਰ ਕੇ ਰੱਖ ਦਿੰਦੇ ਆ। ਸਤਿਗੁਰਾਂ ਦੀ ਖੁਸ਼ੀ ਤੇ ਮਹਾਰਾਜ ਦਾ ਜਿਹੜਾ ਮਹਾਰਾਜ ਦਾ ਗੁੱਸਾ ਕਹਿ ਲਓ, ਸਤਿਗੁਰਾਂ ਦਾ ਖੁਸ਼ਾ ਤੇ ਗੁੱਸਾ, ਨਾਰਾਜ਼ਗੀ, ਇਹ ਦੋਵੇਂ ਪੂਰੇ ਹੁੰਦੇ ਆ। ਜੇ ਖੁਸ਼ੀ ਹੋਵੇ ਤੇ ਜੈ ਜੈਕਾਰ ਹੋ ਜਾਂਦੀ ਸਿੱਖ ਦੀ, ਤੇ ਜਿਹਦੇ ਤੇ ਮਹਾਰਾਜ ਨਾਰਾਜ਼ ਹੋ ਜਾਣ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਹੈ। ਨਾਸਾ ਹੈ ਬਿਗਨ ਅਘਨ ਕੇ ਓਘੂ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੋ ਕਰ ਲਵੇ, ਬਿਗਣਾ ਤੇ ਜਿਹੜੇ ਅਗਣ ਕਹੀਏ ਪਾਪ ਹੈ, ਅਗਣ ਬਿਗਣ ਪਾਪ ਤੇ ਹੋਰ ਜਿਹੜੇ ਬਿਗਣ ਆ ਉਹ ਸਾਰੇ ਨਾਸ਼ ਹੋ ਜਾਂਦੇ ਹਨ ਜੀ। ਆਏ ਦੂਰ ਤੇ ਦਰਸ਼ਨ ਕਰਹਿ। ਏਦਾਂ ਖਾਲਸਾ ਜੀ ਸਿੱਖ ਗੱਲਾਂ ਕਰਦੇ ਮਹਾਰਾਜ ਦੀਆਂ, ਸੋਭਾ ਕਰਦੇ, ਦੂਰੋਂ ਦੂਰੋਂ ਸੰਗਤਾਂ ਆਣ ਕੇ ਦਰਸ਼ਨ ਕਰਦੀਆਂ ਹਨ। ਪੁਨ ਘਰ ਬਿਖੈ ਬਿਆਨ ਨਿਤ ਧਰਹਿ। ਏਦਾਂ ਸੰਗਤ ਜੀ ਫਿਰ ਰੋਜ਼ ਸੰਗਤ ਆਉਂਦੀ ਤੇ ਆਪਣੇ ਘਰਾਂ ਨੂੰ ਜਾਂਦੀ, ਕੋਈ ਇੱਥੇ ਰਹਿ ਲੈਂਦਾ ਹੈ। ਗੁਰਮੂਰਤ ਸੂਰਤ ਬਰ ਚਾਰੂ। ਕਵੀ ਜੀ ਕਹਿੰਦੇ ਇਹੋ ਜੀ ਗੁਰੂ ਸਾਹਿਬ ਦੀ ਮੂਰਤੀ ਹੈ, ਸੁੰਦਰ ਸਤਿਗੁਰਾਂ ਦਾ ਸੁੰਦਰ ਸਰੂਪ ਹੈ। ਵਰਣੋ ਮੈਂ ਅਬ ਤਿਸੀ ਪ੍ਰਕਾਰੂ। ਕਵੀ ਜੀ ਕਹਿੰਦੇ ਜਿਹੋ ਜੇ ਗੁਰੂ ਕਲਗੀਧਰ ਸਾਹਿਬ ਜੀ ਦਾ ਸਰੂਪ ਸੀ ਨਾ, ਉਹੋ ਜਿਹਾ ਮੈਂ ਭਾਈ ਸਿੱਖੋ ਤੁਹਾਨੂੰ ਹੁਣ ਦੱਸਦਾ ਆਂ ਵੀ ਦਸਵੇਂ ਪਾਤਸ਼ਾਹ ਦਾ ਸਰੂਪ ਕਿਹੋ ਜਿਹਾ ਹੈ ਸੀ। ਜੇ ਸਿੱਖ ਸੁਨ ਸੁਨ ਕਰੈ ਧਿਆਨ। ਤੇ ਹੁਣ ਜਿਹੜਾ ਮੈਂ ਅੱਗੇ ਕਥਾ ਦੱਸਣ ਲੱਗਿਆ, ਕਵੀ ਜੀ ਕਹਿੰਦੇ ਇਹ ਕਥਾ ਉਹ ਹੈ ਜਿਹੜਾ ਗੁਰੂ ਕਲਗੀਧਰ ਸਾਹਿਬ ਦਾ ਸਰੂਪ ਕਿਹੋ ਜਿਹਾ ਸੀ, ਮੈਂ ਉਹ ਦੱਸਣ ਲੱਗਿਆ। ਜਿਹੜੇ ਸਿੱਖ ਇਹ ਸੁਣ ਸੁਣ ਕੇ ਦਸਵੇਂ ਪਾਤਸ਼ਾਹ ਦੇ ਸਰੂਪ ਜਿਹੋ ਜੀ ਅੱਗੇ ਕਥਾ ਆ ਰਹੀ ਹੈ, ਤੇ ਜਿਹੜੇ ਉਸ ਸਰੂਪ ਨੂੰ ਆਪਦੇ ਮਨ ਵਿੱਚ ਧਿਆਨ ਵਿੱਚ ਵਸਾ ਲੈਣਗੇ, ਚਾਰ ਪਦਾਰਥ ਪ੍ਰਾਪਤ ਪਾਨ। ਉਹਨਾਂ ਨੂੰ ਧਰਮ ਅਰਥ ਮੋਖ
ਭਾਵ ਸੰਸਾਰ ਤੇ ਕੋਈ ਇਹੋ ਜਿਹੀ ਵਸਤੂ ਨਹੀਂ ਰਹਿ ਜਾਏਗੀ ਜਿਹੜੀ ਨਹੀਂ ਮਿਲੇਗੀ। ਜਿਹੜਾ ਹੁਣ ਅੱਗੇ ਕਵੀ ਜੀ ਕਹਿੰਦੇ ਜਿਹੋ ਜਿਹੇ ਗੁਰੂ ਕਲਗੀਧਰ ਸਾਹਿਬ ਸਨ ਅਸੀਂ ਦੱਸਦੇ ਤੁਹਾਨੂੰ, ਤੇ ਇਹੋ ਜਿਹੇ ਸਰੂਪ ਦੇ ਜਿਹੜਾ ਧਿਆਨ ਧਰੇਗਾ ਉਹਦੇ ਘਰ ਵਿੱਚ ਜਾਂ ਉਹਦੇ ਜੀਵਨ ਵਿੱਚ ਕਿਸੇ ਪਦਾਰਥ ਦਾ ਘਾਟਾ ਨਹੀਂ ਰਹੇਗਾ। ਇੱਥੋਂ ਇਹ ਸਿੱਧ ਹੁੰਦਾ ਖਾਲਸਾ ਜੀ ਵੀ ਮੰਨ ਲਓ ਆਪਾਂ ਉਹਦੇ ਬਾਰੇ ਹੀ ਦੱਸ ਸਕਦੇ ਨਾ, ਵੀ ਜਿਹੜਾ ਵੇਖਿਆ ਹੋਵੇ। ਤੁਹਾਨੂੰ ਕੋਈ ਪੁੱਛੇ ਫਲਾਣਾ ਕਿਹ ਜਾਏ, ਆਪਾਂ ਕਹਾਂਗੇ ਭਾਈ ਮਹਾਰਾਜ ਮੈਂ ਤਾਂ ਵੇਖਿਆ ਨਹੀਂ ਹੋਇਆ। ਕੌਣ ਦੱਸ ਸਕਦਾ ਜਿਹਨੇ ਵੇਖਿਆ? ਇੱਥੋਂ ਇਹ ਸਿੱਧ ਹੁੰਦਾ ਹੈ ਵੀ ਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਪ੍ਰਤੱਖ ਦਰਸ਼ਨ ਕੀਤੇ ਸੀ ਦਸਵੇਂ ਪਾਤਸ਼ਾਹ ਦੇ। ਇੱਦਾਂ ਮੰਨਣਾ ਵੀ 72 ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੋਏ ਸੀ ਕਵੀ ਸੰਤੋਖ ਸਿੰਘ ਸਾਹਿਬ ਨੂੰ, ਤੇ ਦਸਵੇਂ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ 100 ਕੁ ਸਾਲ ਮਗਰੋਂ ਇਹ ਕਵੀ ਜੀ ਹੋਏ, ਇਹ ਗ੍ਰੰਥ ਲਿਖਿਆ ਗਿਆ ਅੰਦਾਜ਼ਨ। ਇੱਦਾਂ ਤਾਂ ਜਦੋਂ ਅੰਗਰੇਜ਼ਾਂ ਦਾ ਰਾਜ ਹੁੰਦਾ ਇੱਥੇ ਪੰਜਾਬ ਤੇ, ਬਸ ਉਹਨਾਂ ਸਮਿਆਂ 'ਚ ਇਹ ਗ੍ਰੰਥ ਲਿਖਿਆ ਗਿਆ। ਉਹ ਕੈਂਥਲ ਦੀ ਲੁੱਟ ਦਾ ਜ਼ਿਕਰ ਤਾਂ ਆਉਂਦਾ ਅੱਗੇ ਗ੍ਰੰਥ ਦੀ ਸਮਾਪਤੀ ਤੇ। ਤੋ ਕਵੀ ਰਾਜ ਨੇ ਮਹਾਰਾਜ ਦੇ ਦਰਸ਼ਨ ਕੀਤੇ ਹੈ, ਤਾਂ ਕਰਕੇ ਕਹਿੰਦੇ ਸੁਣੋ ਭਾਈ ਮੈਂ ਦੱਸਾਂ ਤੁਹਾਨੂੰ ਮਹਾਰਾਜ ਕੈਸੇ ਹੈ। ਪਦ ਅਰਬਿੰਦੈ ਮਿਰਦਲ ਮਨਿੰਦ, ਜਿਹੜੇ ਸਤਿਗੁਰਾਂ ਦੇ ਚਰਨ ਸੀਗੇ ਗੁਰੂ ਕਲਗੀਧਰ ਸਾਹਿਬ ਦੇ ਚਰਨ ਇੱਦਾਂ ਆ ਜਿਵੇਂ ਕਿਤੇ ਬੜਾ ਸੋਹਣਾ ਕਮਲ ਖਿੜਿਆ ਹੁੰਦਾ ਹੈ। ਅਰਨ ਬਰਨ ਤਿਨ ਚਰਨ ਮੁਕੰਦੇ, ਤੇ ਜਿਵੇਂ ਕਮਲ ਦਾ ਫੁੱਲ ਲਾਲ ਹੁੰਦਾ ਹੈ, ਦਸਵੇਂ ਪਾਤਸ਼ਾਹ ਦੇ ਲਾਲ ਸੁਰਖ ਚਰਨ ਸੀਗੇ, ਤੇ ਮੁਕਤੀ ਦੇ ਦਾਤੇ ਹੈ। ਮਹਾਰਾਜ ਦੇ ਚਰਨਾਂ 'ਚੋਂ ਮੁਕਤੀ ਪ੍ਰਾਪਤ ਹੁੰਦੀ ਹੈ। ਜਿਨ ਸਿੱਖਨ ਕੇ ਮਨ ਅਨੁਰਾਗੇ, ਤੇ ਜਿਨ੍ਹਾਂ ਸਿੱਖਾਂ ਦਾ ਮਨ ਭੌਰਾ ਬਣ ਕੇ ਗੁਰੂ ਕਲਗੀਧਰ ਸਾਹਿਬ ਦੇ ਚਰਨ ਕਮਲਾਂ ਨੂੰ ਪ੍ਰੇਮ ਕਰਨ ਲੱਗ ਪੈਂਦਾ ਹੈ, ਭਏ ਲਾਲ ਲਾਗੇ ਜੁਗ ਪਾਗੇ, ਉਹਨਾਂ ਨੂੰ ਫਿਰ ਲਾਲ ਰੰਗ ਲੱਗਦਾ, ਉਹ ਪ੍ਰੇਮ ਦਾ ਹੈ। ਤੇ ਜੁਗ ਦੋਵਾਂ ਚਰਨਾਂ ਦੇ ਨਾਲ ਲੱਗ ਕੇ ਪਾਗੇ ਰੰਗੇ ਗਏ, ਫਿਰ ਭਾਵ ਉਹਨਾਂ ਨੂੰ ਬ੍ਰਹਮ ਗਿਆਨ ਦੀ ਸੁਗੰਧੀ ਪ੍ਰਾਪਤ ਹੋਈ ਸੀ। ਨਖ ਸੁੰਦਰ ਸ਼ੋਭਤ ਇਮ ਖਰੇ, ਦਸਵੇਂ ਪਾਤਸ਼ਾਹ ਦੇ ਜਿਹੜੇ ਨਹੁੰ ਹੈ ਨਾ ਚਰਨਾਂ ਦੇ, ਉਹ ਇਹੋ ਜਿਹੇ ਸੁੰਦਰ ਖਰੇ ਕਹੀਏ ਬੇਅੰਤ ਸੁੰਦਰ ਹੈ। ਦਸਵੇਂ ਪਾਤਸ਼ਾਹ ਦੇ ਚਰਨਾਂ ਦੇ ਨਹੁੰ ਐਸੇ ਹਨ ਜੀ। ਜਨ ਲਾਲੀ ਪਰ ਹੀਰੇ ਧਰੇ, ਜਿਵੇਂ ਕੋਈ ਲਾਲੀ ਹੋਵੇ, ਕੋਈ ਭਾਵ ਲਾਲ ਜਾਂ ਕੋਈ ਹੋਵੇ ਲੱਕੜ, ਤੇ ਲਾਲ ਲੱਕੜ ਦੇ ਉੱਪਰ ਹੀਰੇ ਜੜੇ ਹੋਣ ਚਿੱਟੇ, ਐ ਮਹਾਰਾਜ ਦੇ ਪੈਰ ਚਰਨ ਲਾਲ ਚਿੱਟੇ ਰੰਗ ਦੇ ਸਤਿਗੁਰਾਂ ਦੇ ਨਹੁੰ ਜਿਵੇਂ ਲਾਲ ਕੱਪੜੇ ਦੇ ਉੱਪਰ ਮੋਤੀ ਪਏ ਹੁੰਦੇ ਹਨ। ਏਡੀ ਕੋਮਲ ਬ੍ਰਤਲਾਕਾਰ, ਤੇ ਗੋਲ ਅੱਡੀ ਦਸਵੇਂ ਪਾਤਸ਼ਾਹ ਦੇ ਚਰਨਾਂ ਦੀ ਬ੍ਰਤਲਾਕਾਰ ਗੋਰ ਤੇ ਉੱਪਰ ਨੂੰ ਨਿਕਲੀ ਹੋਈ ਤਾਂ ਨੂੰ ਉਭਰੀ ਹੋਈ ਅੱਡੀ ਹੈ ਸਤਿਗੁਰਾਂ ਦੀ। ਜਨ ਫਲ ਕੋਹਲ ਲਾਲ ਉਦਾਰ, ਏਦਾਂ ਮਹਾਰਾਜ ਸਤਿਗੁਰੂ ਪਾਤਸ਼ਾਹ ਦੀ ਅੱਡੀ ਦੀ ਸ਼ੋਭਾ ਜਿਵੇਂ ਕੌਰ ਹੁੰਦਾ, ਉਹ ਤੁੰਮੇ ਵਰਗਾ ਇੱਕ ਫਲ ਹੁੰਦਾ, ਲਾਲ ਰੰਗ ਦਾ ਹੁੰਦਾ। ਕਹਿੰਦੇ ਏਦਾਂ ਗੋਲ ਲਾਲ ਸੁਰਖ ਸਤਿਗੁਰਾਂ ਦੇ ਚਰਨਾਂ ਦੀ ਅੱਡੀ ਹੈ। ਤਰਵਾ ਬ੍ਰਿਛ ਤੇ ਊਰਧ ਐਸੇ, ਤੇ ਮਹਾਰਾਜ ਦੇ ਸਤਿਗੁਰਾਂ ਦੇ ਜਿਹੜੇ ਨਾ ਉਹ ਏਦਾਂ ਚਰਨਾਂ 'ਚ ਉਂਗਲਾਂ ਜਿਹੜੀਆਂ ਨਾ, ਉਂਗਲਾਂ ਮਹਾਰਾਜ ਦੀਆਂ ਏਦਾਂ ਨਿੱਕੀਆਂ ਨਿੱਕੀਆਂ ਛੋਟੇ ਛੋਟੇ ਸਤਿਗੁਰਾਂ ਦੇ ਚਰਨਾਂ ਦੀਆਂ ਉਂਗਲਾਂ ਹੈ, ਜਿਵੇਂ ਬਹਾਰ ਦੀ ਰੁੱਤ ਵਿੱਚ ਲਗਰਾਂ ਫੁੱਟਦੀਆਂ ਰੁੱਖ ਦੇ ਵਿੱਚੋਂ, ਇੱਦਾਂ ਪਰੂੰਬਲਾਂ ਨਹੀਂ ਨਿਕਲਦੀਆਂ, ਇੱਦਾਂ ਪਰੂੰਬਲਾਂ ਵਰਗੀਆਂ ਮਹਾਰਾਜ ਦੀਆਂ ਛੋਟੀਆਂ ਛੋਟੀਆਂ ਉਂਗਲੀਆਂ ਹਨ। ਕਮਠ ਪੀਠ ਹੋਏ ਕੋਮਲ ਜੈਸੇ, ਤੇ ਸਤਿਗੁਰਾਂ ਦੇ ਚਰਨਾਂ ਦੇ ਜਿਵੇਂ ਉਂਗਲਾਂ ਥੱਲੇ ਜਿੱਥੇ ਪੈਰ ਦਾ ਅਗਲਾ ਪੱਬ ਆ ਜਾਂਦਾ, ਉਹ ਤਾਂ ਨੂੰ ਇੱਦਾਂ ਉਭਰਿਆ ਹੋਇਆ ਜਿਵੇਂ ਕੱਛੂ ਕੁੰਮੇ ਦੀ ਪਿੱਠ ਉੱਪਰ ਨੂੰ ਉਭਰੀ ਹੁੰਦੀ ਹੈ। ਸੋ ਮਿਲ ਆਂਗੁਰੀ ਸੁਧੀ ਸੋ ਹੈ, ਤੇ ਬਸ ਇੰਨਾ ਥੋੜਾ ਜਿਹਾ ਫਰਕ ਆ ਵੀ ਕੱਛੂ ਦੀ ਜਿਹੜੀ ਪਿੱਠ ਸਖਤ ਹੁੰਦੀ, ਮਹਾਰਾਜ ਦੇ ਚਰਨ ਬੜੇ ਕੋਮਲੇ ਹੈ। ਤੇ ਇੱਕੋ ਜਿਹੀਆਂ ਉਂਗਲਾਂ ਮਹਾਰਾਜ ਦੀਆਂ ਜੁੜੀਆਂ ਹੋਈਆਂ ਨਿੱਕੀਆਂ ਨਿੱਕੀਆਂ ਚਰਨਾਂ ਦੀਆਂ ਪਤਲੀਆਂ ਸਿੱਧੀਆਂ ਉਂਗਲਾਂ ਹਨ ਜੀ। ਦੁਤ ਪੱਲਵ ਕੀ ਜਿਨ ਮਨ ਮੋਹ, ਐਸੀ ਸੋਭਾ ਹੈ ਮਹਾਰਾਜ ਸਤਿਗੁਰੂ ਗਰੀਬ ਨਵਾਜ ਦੇ ਚਰਨਾਂ ਦੀ, ਜਿਵੇਂ ਨਵੀਆਂ ਪਰੂੰਬਲਾਂ ਫੁੱਟਦੀਆਂ ਹਨ, ਮਨ ਨੂੰ ਮੋਹ ਲੈਂਦੀਆਂ ਨੇ। ਸੁਭਤ ਪਗਨ ਪਰ ਗੁਲਫ ਉਚੇਰੇ, ਏਦਾਂ ਖਾਲਸਾ ਜੀ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਏਦਾਂ ਸੋਹਣੇ ਸੱਚੇ ਪਾਤਸ਼ਾਹ ਜੀ ਦੇ ਚਰਨ ਜਿਹੜੇ ਉਚੇਰੇ ਕਹੀਏ ਉੱਚੇ ਤੋਂ ਉੱਚੇ, ਸੁੱਚੇ ਤੋਂ ਸੁੱਚੇ ਸ਼ੋਭਦੇ, ਤੇ ਚਰਨਾਂ ਦੇ ਉੱਪਰ ਛੋਟੇ ਛੋਟੇ ਗੋਲ ਮਹਾਰਾਜ ਦੇ ਗਿੱਟੇ ਬੜੇ ਸ਼ੋਭਾ ਪਾਉਂਦੇ ਆ। ਜਿਨ ਮੋ ਸ਼ੁਭ ਲੱਛਣ ਸਭ ਹੀਰੇ, ਐਸੇ ਮਹਾਰਾਜ ਦੇ ਸਰੂਪ ਚਰਨ ਜਿੰਦੇ ਵਿੱਚ ਸ਼ੁਭ ਲੱਛਣ ਵੇਖੇ ਜਾਂਦੇ ਆ। ਜੁਗਲ ਜੰਗ ਜਾਨੂ ਦਿੜ ਹੋਏ, ਮਹਾਰਾਜ ਦੀਆਂ ਲੱਤਾਂ ਇਸ ਤਰ੍ਹਾਂ ਸਿੱਧੀਆਂ ਮਾਨੋ ਜਿਵੇਂ ਕੇਲਾ ਹੁੰਦਾ ਨਾ, ਕੇਲੇ ਦਾ ਦਰਖਤ ਹੁੰਦਾ ਹੈ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਸੁੰਦਰ ਸਤਿਗੁਰੂ ਦੀਆਂ ਜਿਹੜੀਆਂ ਲੱਤਾਂ ਹਨ ਤੇ ਸੁੰਦਰ ਗੋਡੇ ਹਨ ਜੀ। ਮਨ ਹੋ ਓਜ ਕੇ ਥੰਭ ਖਰੋਏ, ਜਿਵੇਂ ਦੋ ਥੰਮਲੇ ਖੜੇ ਹੋਣ ਐ ਨਿੱਗਰ ਸਤਿਗੁਰਾਂ ਦੇ ਚਰਨ ਲੱਤਾਂ ਹਨ ਜੀ। ਉਦਰ ਸਤ੍ਰਿਵਲੀ ਸੁੰਦਰ ਸੋਹਤ, ਤੇ ਸਤਿਗੁਰਾਂ ਦੇ ਪੇਟ ਉੱਪਰ ਤ੍ਰਿਵਲੀ ਪੈਂਦੀ ਹੈ, ਮਹਾਰਾਜ ਦੇ ਪੇਟ ਦੇ
ਜਿਹੜਾ ਉਹ ਤਿੰਨ ਲਕੀਰਾਂ ਜਿਹੜੀਆਂ ਅਵਤਾਰੀ ਪੁਰਸ਼ਾਂ ਦੇ ਲੱਛਣ ਹੁੰਦੇ ਆ। ਸਤਿਗੁਰਾਂ ਦੇ ਪੇਟ ਤੇ ਬਰੀਕ ਬਰੀਕ ਤਿੰਨ ਲਕੀਰਾਂ ਜਾਪਦੀਆਂ ਹਨ। ਨਾਭ ਗੰਭੀਰ ਦਿਪਤ ਚਿਤ ਮੋਹਤ। ਤੇ ਸਤਿਗੁਰਾਂ ਦੀ ਜਿਹੜੀ ਨਾਭੀ ਹੈ ਉਹ ਵਿੱਚ ਨੂੰ ਗੰਭੀਰ ਡੂੰਘੀ ਹੈ, ਬਾਹਰ ਨੂੰ ਨਹੀਂ ਨਿਕਲੀ ਹੋਈ ਹੈ, ਮਨ ਨੂੰ ਮੋਹਣ ਵਾਲੀ ਹੈ। ਬਾਹੋ ਅਜਾਨ ਸੋ ਅਰਲਾ ਮਾਨੋ। ਏਦਾਂ ਸਾਧ ਸੰਗਤ ਜੀ ਮਹਾਰਾਜ ਦੀਆਂ ਜਿਹੜੀਆਂ ਬਾਹਾਂ ਹੈ ਜਿਵੇਂ ਅਲ ਹੁੰਦੀ ਨਾ ਲੰਮੀ, ਇਸ ਤਰ੍ਹਾਂ ਸਖਤ ਗੋਲ ਬਾਹਾਂ ਹਨ। ਸੁਭਤ ਕਰੀ ਕਰ ਬਲੀ ਮਹਾਨੋ। ਤੇ ਜਾਂ ਕਹਿ ਲਓ ਵੀ ਕਰੀ ਨਾਮ ਹਾਥੀ ਦਾ, ਹਾਥੀ ਦੇ ਕਰ ਕਈ ਹੱਥ ਉਹ ਸੁੰਡ ਹੈ, ਮਾਨੋ ਜਿਵੇਂ ਬਲੀ ਹਾਥੀ ਦੀ ਸੁੰਡ ਹੁੰਦੀ, ਏਦਾਂ ਮਹਾਰਾਜ ਦੀਆਂ ਲੰਮੀਆਂ ਬਾਹਾਂ ਹਨ ਜੀ। ਦਿਪਤ ਪ੍ਰਚੰਡ ਵੱਡੇ ਭੁਜ ਦੰਡੰ। ਤੇ ਸਤਿਗੁਰਾਂ ਦੇ ਪ੍ਰਚੰਡ ਕਹੀਏ ਬੜੇ ਤਗੜੇ ਸਖਤ ਭੁਜ ਦੰਡ, ਨਾਮ ਡੌਲਿਆਂ ਦਾ, ਬੜੇ ਡੌਲੇ ਸਤਿਗੁਰਾਂ ਦੇ ਸੁੰਦਰ ਜਿਹੜੇ ਆ ਨਾ ਉਹ ਸ਼ੋਭਾ ਪਾ ਰਹੇ, ਪ੍ਰਗਟ ਪ੍ਰਕਾਸ਼ ਹੋ ਰਹੇ ਹੈ। ਮਨਹੁ ਬੱਜਰ ਕੇ ਇਹ ਜੁਗ ਖੰਡੰ। ਮਾਨੋ ਜਿਵੇਂ ਸੱਤ ਧਾਤਾਂ ਦਾ ਸ਼ਾਸਤਰ ਨੂੰ ਬੱਜਰ ਕਹਿੰਦੇ, ਮਾਨੋ ਸੱਤਾਂ ਧਾਤਾਂ ਦਾ ਸ਼ਾਸਤਰ ਬਣਿਆ ਹੋਵੇ ਨਾ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਡੌਲੇ ਹਨ, ਬਾਹਾਂ ਹਨ। ਆਯਤ ਛਾਤੀ ਅਤਿਸ਼ੈ ਗਾਢੇ। ਤੇ ਚੌੜੀ ਛਾਤੀ ਸੱਚੇ ਪਾਤਸ਼ਾਹ ਜੀ ਦੀ ਬੜੀ ਸਖਤ ਹੈ। ਮਨਹੁ ਕਪਾਟ ਕਠਨ ਰਿਪ ਠਾਢੇ। ਜਿਵੇਂ ਦੁਸ਼ਮਣ ਨੂੰ ਰੋਕਣ ਵਾਸਤੇ ਡਿਉੜੀ ਦੇ ਦਰਵਾਜ਼ੇ ਹੁੰਦੇ, ਇਸ ਤਰ੍ਹਾਂ ਪਾਤਸ਼ਾਹ ਜੀ ਦੀ ਚੌੜੀ ਛਾਤੀ ਹੈ। ਤੁੰਗ ਸਿਕੰਧਨ ਤੇ ਜੁਗ ਛੈਲੰ। ਤੇ ਦੋ ਸੁੰਦਰ ਮਹਾਰਾਜ ਦੇ ਮੋਢੇ ਤਾਂ ਨੂੰ ਉਭਰੇ ਹੋਏ ਹਨ ਜੀ। ਜਿਮ ਕ੍ਰਿਖ ਚਰ ਸੋਨੋ ਬੜ ਬੈਲੰ। ਜਿਵੇਂ ਸਾਧ ਸੰਗਤ ਜੀ ਆ ਜਿਹੜੇ ਬਲਦ ਫਿਰਦੇ ਹੁੰਦੇ ਨਾ ਬੇਲਗਾਮ ਅਵਾਰਾ, ਉਹਨਾਂ ਬਲਦਾਂ ਦੇ ਕਿਉਂਕਿ ਉਹਨਾਂ ਜਿਹੜੀ ਖੇਤੀ ਦਾ ਕੋਈ ਰਾਖਾ ਨਾ ਹੋਵੇ ਤੇ ਉਹ ਬਲਦ ਖੇਤੀ ਖਾ ਖਾ ਕੇ ਤੇ ਜਿਹੜੇ ਆ ਟੱਠੇ ਜੇ ਫਿਰਦੇ ਉਹਨਾਂ ਦੇ ਉਤਲੇ ਕੁੱਲੇ ਜੇ ਕਿੱਡੇ ਕਿੱਡੇ ਹੋ ਜਾਂਦੇ ਆ ਮੋਢਿਆਂ ਤੋਂ। ਕਹਿੰਦੇ ਇਦਾਂ ਜਿਵੇਂ ਬਗੈਰ ਰਾਖੀ ਤੋਂ ਖੇਤੀ ਹੁੰਦੀ ਨਾ, ਉਹ ਚਰ ਕੇ ਬਲਦ ਰਾਜੀ ਹੋਇਆ ਹੋਵੇ ਤੇ ਉਹਦਾ ਕੁੱਲਾ ਉੱਪਰਲਾ ਜਿਹੜੀ ਧੌਣ ਜੀ ਹੁੰਦੀ ਹੈ, ਇਹ ਤਾਂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਮੋਢੇ ਨਗੌਰੀ ਬਲਦਾਂ ਦੇ ਕੁੱਲਿਆਂ ਵਾਂਗੂ ਨੂੰ ਉੱਪਰ ਨੂੰ ਉੱਠੇ ਹੋਏ ਹਨ। ਮੁਕਤਾ ਮਾਲ ਵਿਸਾਲ ਉਜਾਲੀ। ਏਦਾਂ ਪਾਤਸ਼ਾਹ ਦੇ ਗਲ ਵਿੱਚ ਸੋਹਣੀ ਚਿੱਟੇ ਰੰਗ ਦੀ ਮੋਤੀਆਂ ਦੀ ਮਾਲਾ ਪਾਈ ਰਹਿੰਦੀ ਹੈ, ਗੋਲ ਮੋਲ ਵੱਢ ਕੇ ਦੁੱਤ ਛਾਲੀ। ਜਿਹਦੇ ਵਿੱਚ ਬੇਸ਼ਕੀਮਤੀ ਗੋਲ ਮੋਤੀ ਪਾਏ ਹੋਏ ਹਨ ਜੀ। ਦੁੱਤ ਸੋਭਾ ਦਾ ਤਾਂ ਛਾਲੀ ਮਾਨੋ ਘਰ ਹੀ ਹੈ। ਚਿਬਕ ਚਾਰ ਚਹੁ ਗਿਰਦ ਸੁਹਾਵਤ। ਤੇ ਮਹਾਰਾਜ ਦੀ ਠੋਡੀ ਬੜੀ ਸੁੰਦਰ ਚਾਰ ਚਫੇਰਿਓਂ ਫੱਬਣ ਵਾਲੀ ਹੈ। ਫਲ ਰਸਾਲ ਨੂਤਨ ਜਨ ਭਾਵਤ। ਜਿਵੇਂ ਸਾਧ ਸੰਗਤ ਜੀ ਨਵਾਂ ਅੰਬ ਦਾ ਫਲ ਹਾੜ ਮਹੀਨੇ ਚ ਪੱਕਿਆ ਹੁੰਦਾ ਹੈ ਨਾ, ਇਦਾਂ ਸੱਚੇ ਪਾਤਸ਼ਾਹ ਜੀ ਦੀ ਸੁੰਦਰ ਗੋਲ ਠੋਡੀ ਸ਼ੋਭਾ ਪਾ ਰਹੀ ਹੈ। ਅਧਰ ਮ੍ਰਿਦੁਲ ਸ਼ੁਭ ਲਾਲ ਬਿਸਾਲਾ। ਤੇ ਬੁੱਲ ਪਾਤਸ਼ਾਹ ਜੀ ਦੇ ਮ੍ਰਿਦੁਲ ਕੋਮਲ ਹੈ ਤੇ ਸ਼ੁਭ ਸ਼੍ਰੇਸ਼ਟ ਲਾਲ ਭਾਰੀ ਹਨ। ਹੀਰਨ ਪੰਕਤ ਦੰਤ ਉਜਾਲਾ। ਤੇ ਜਦੋਂ ਆਪ ਜੀ ਹੱਸਦੇ, ਲਾਲ ਬੁੱਲਾਂ ਦੇ ਵਿੱਚੋਂ ਜਿਹੜੇ ਚਿੱਟੇ ਦੰਦ ਚਮਕਦੇ ਆ, ਮਾਨੋ ਚਿੱਟੇ ਮੋਤੀ ਸੰਪਟ ਭਾਵ ਮੂੰਗੇ ਦੇ ਡੱਬੇ ਵਿੱਚ, ਲਾਲ ਮੂੰਗੇ ਦਾ ਡੱਬਾ, ਉਹਦੇ ਵਿੱਚ ਚਿੱਟੇ ਮੋਤੀ ਪਏ ਹੁੰਦੇ ਆ। ਮੁਸਕਾਵਤ ਦਿਖੀਅਤ ਦਮਕਾਵਤ। ਜਦੋਂ ਹੱਸਦੇ ਆਪ ਜੀ ਤੇ ਲੜੀ ਦੰਦਾਂ ਚਿੱਟਿਆਂ ਦੀ, ਮਾਨੋ ਜਿਵੇਂ ਮੋਤੀ ਹੀਰੇ ਹੁੰਦੇ, ਚਮਕਦੀ ਦਮਕਦੀ ਹੈ। ਸੰਪਟ ਬ੍ਰਿਦਮ ਕਲੀ ਲਖਵਾਵਤ। ਏਦਾਂ ਮਾਨੋ ਵੀ ਜਿਵੇਂ ਸੰਪਟ ਦੇ ਵਿੱਚ ਭਾਵ ਡੱਬੇ ਵਿੱਚ ਰੱਖੀ ਮੂੰਗੇ ਦੇ ਡੱਬੇ ਦੇ ਵਿੱਚ ਏਦਾਂ ਕਲੀ ਕਈ ਸੁੰਦਰ ਲਿਖਾ ਰਹੇ ਆ ਦੰਦ ਆਪਦੇ ਆਪ ਨੂੰ। ਸੁੰਦਰ ਦੀਪਤ ਜੁਗਲ ਕਪੋਲੰ। ਤੇ ਮਹਾਰਾਜ ਦੀਆਂ ਗੱਲਾਂ ਸੁੰਦਰ ਗੋਲ ਐ ਤੇ ਬੜੀਆਂ ਭਾਰੀ ਸ਼ੋਭਾ ਪਾ ਰਹੀਆਂ ਐਨ, ਚਮਕਦੀਆਂ ਦਮਕਦੀਆਂ, ਪ੍ਰਤਾਪ ਝਲਕਦਾ ਹੈ। ਮੁਕਰ ਮਾਰ ਕੇ ਮਨ ਹੋ ਅਮੋਲੰ। ਮਾਨੋ ਮਾਰ ਕਹੀਏ ਜਿਹੜਾ ਕਾਮਦੇਵ ਦਾ ਸ਼ੀਸ਼ਾ ਹੁੰਦਾ ਹੈ, ਬਹੁਤ ਬੇਸ਼ਕੀਮਤੀ, ਇਸ ਤਰ੍ਹਾਂ ਮਹਾਰਾਜ ਦੀਆਂ ਗੱਲਾਂ ਚਮਕਦੀਆਂ ਹਨ। ਤਿਨ ਪਰ ਕੁੰਡਲ ਡੋਲਤ ਝਲਕਤ। ਤੇ ਮਹਾਰਾਜ ਦੇ ਦਸਤਾਰ ਚੋਂ ਕੇਸ ਬਾਹਰ ਆਏ ਹੋਏ ਆ, ਕਲਮਾਂ, ਦਾੜਾ ਜੇ ਪੂਰਾ ਨਹੀਂ ਫੁੱਟਿਆ ਆਪ ਜੀ ਦਾ। ਤੇ ਪਹਿਲਾਂ ਅਕਸਰ ਹੀ ਜਦੋਂ ਦਾੜਾ ਆਉਂਦਾ ਤੇ ਕਲਮਾਂ ਵੱਡੀਆਂ ਹੋਣ ਲੱਗ ਪੈਂਦੀਆਂ ਜਦੋਂ ਕੋਈ ਨੌਜਵਾਨ ਹੁੰਦਾ, ਤੇ ਉਹ ਕਲਮਾਂ ਦੇ ਕੁੰਡਲ ਪਏ ਹੋਏ ਆ ਦੋ, ਇੱਕ ਖੱਬੀ ਸੱਜੀ ਗਲ ਤੇ ਕੰਨ ਦੇ ਕੋਲ, ਉਹ ਗੋਲ ਜੇ ਕੁੰਡਲ ਬੜੇ ਸ਼ੋਭਾ ਪਾਉਂਦੇ ਹਨ ਜੀ। ਰਤਨ ਜਵਾਹਰ ਤੇ ਬਰ ਡਲਕਤ। ਮਾਨੋ ਮੋਤੀ ਹੀਰੇ ਜਵਾਹਰਾਤਾਂ ਤੋਂ ਵੀ ਕਾਲੇ ਸ਼ਾਹ ਕੁੰਡਲ ਸਤਿਗੁਰਾਂ ਦੇ ਬੜੇ ਭਾਰੀ ਕੰਨਾਂ ਕੋਲ ਚਮਕਦੇ ਆ। ਮੁਖ ਮੰਡਲ ਜਨ ਚੰਦ ਅਖੰਡਤ। ਤੇ ਮਹਾਰਾਜ ਦਾ ਮੁਖ ਜਿਹੜਾ ਜਿਵੇਂ ਪੁੰਨਿਆਂ ਦਾ ਚੰਦਰਮਾ ਹੁੰਦਾ, ਇਸ ਤਰ੍ਹਾਂ ਬੜਾ ਸੁੰਦਰ ਗੋਲ ਆਕਾਰ ਹੈ। ਕਮਲ ਪ੍ਰਫੁੱਲਿਅਤ ਦੁੱਤ ਬੜ ਮੰਡਤ। ਜਿਵੇਂ ਕਮਲ ਦਾ ਫੁੱਲ ਖਿੜਿਆ ਹੁੰਦਾ, ਸਤਿਗੁਰਾਂ ਦਾ ਚਿਹਰਾ ਐਡਾ ਮੰਡਤ ਕਹੀਏ ਭੂਸ਼ਿਤ ਹੋ ਰਿਹਾ ਹੈ। ਮਧੁਰ ਮਧੁਰ ਕਨ ਧੁਨ ਸੁਭ ਬਾਣੀ। ਜਦੋਂ ਬੋਲਦੇ ਆਪ ਜੀ ਤੇ ਜਿਵੇਂ ਮੱਠਾ ਮੱਠਾ ਬੱਦਲ ਜਿਹੜਾ ਨਾ ਗਰਕਦਾ ਬੱਦਲ ਗੜਕਦਾ ਹੈ ਨਾ, ਬੱਦਲ ਦੀ ਆਵਾਜ਼ ਭਾਰੀ ਹੁੰਦੀ ਹੈ, ਇਸ ਤਰ੍ਹਾਂ ਦਸਵੇਂ ਪਾਤਸ਼ਾਹ ਜਦੋਂ ਬੋਲਦੇ ਆਪ ਜੀ ਦਾ ਭਾਰਾ ਇਸ ਤਰ੍ਹਾਂ ਆਵਾਜ਼ ਹੈ
ਜਿਵੇਂ ਕਿਤੇ ਭਾਰੀ ਬੱਦਲ ਗੱਜਦਾ ਹੁੰਦਾ ਹੈ, ਮਿੱਠੀ ਆਵਾਜ਼ ਹੈ ਜੀ। ਨਿਜ ਦਾਸਨ ਕੋ ਅੰਮ੍ਰਿਤ ਦਾਨੀ। ਆਪਦੇ ਦਾਸਾਂ ਨੂੰ ਅੰਮ੍ਰਿਤ ਦਾ ਦਾਨ ਦਿੰਦੇ ਹੋ। ਆਪ ਜੀ ਐਸੀ ਕਿਰਪਾ ਕਰਦੇ, ਜਦੋਂ ਬੋਲਦੇ ਤੇ ਸਿੱਖਾਂ ਨੂੰ ਜੈ ਜੈਕਾਰ ਦੀਆਂ ਦਾਤਾਂ ਬਖਸ਼ਦੇ ਹੋ। ਕਹਿ ਦੁੰਦਭ ਸੁਰ ਸ਼ਬਦ ਗੰਭੀਰ। ਜਾਂ ਕਹਿ ਲਓ ਆਪ ਜੀ ਦੀ ਆਵਾਜ਼ ਐਸੀ ਹੈ ਜਿਵੇਂ ਕਿਤੇ ਭਾਰਾ ਨਗਾਰਾ ਵੱਜਦਾ ਹੁੰਦਾ ਹੈ। ਬੋਲਤ ਮਹਾ ਭਰੇ ਰਸ ਬੀਰ। ਜਦੋਂ ਬੋਲਦੇ ਤੇ ਮਹਾਨ ਕਹੀਏ ਭਾਰੀ ਵੀਰ ਰਸ ਵਿੱਚ ਬੋਲਦੇ। ਆਪ ਜੀ ਦੇ ਬਚਨਾਂ ਵਿੱਚੋਂ ਬੜਾ ਭਾਰੀ ਵੀਰ ਰਸੀ ਠਾਠ ਬਾਠ ਝਲਕਦਾ ਹੈ। ਕਮਲ ਪੰਖਰੀ ਚਾਰ ਸਰੀਖੀ। ਇਦਾਂ ਆਪ ਜੀ ਦੇ ਬਚਨ ਜਿਹੜੇ ਜੰਗੀ ਜਰਨੈਲਾਂ ਵਾਲੇ ਬਚਨੇ ਆ। ਤੋ ਕਵੀ ਰਾਜ ਕਹਿੰਦੇ ਜਿਵੇਂ ਕਮਲ ਦੀਆਂ ਪੰਖੜੀਆਂ ਹੁੰਦੀਆਂ, ਇਸ ਤਰ੍ਹਾਂ ਦੀਆਂ ਸੁੰਦਰ ਆਪ ਜੀ ਦੀਆਂ ਦੋ ਅੱਖਾਂ ਨੇਤਰ ਹਨ। ਆਂਖ ਵੱਡੀ ਜੁਗ ਤੀਖੀ ਤੇ ਤੀਖੀ। ਤਿੱਖੀਆਂ ਤਿੱਖੀਆਂ ਦੋ ਆਪ ਜੀ ਦੀਆਂ ਮੋਟੀਆਂ ਅੱਖਾਂ ਨੇਤਰ ਹਨ ਜੀ। ਕਰੁਣਾ ਭਰੇ ਕਟਾਸ ਛਬੀਲੇ। ਤੇ ਸ਼ਬ ਈਲੇ, ਸ਼ਬ ਸੋਭਾ ਦਾ ਤਾਂ ਈਲੇ ਘਰ ਹੀ ਹੈ ਆਪ ਜੀ ਦੇ ਨੇਤਰ। ਤੇ ਕਟਾਕਸ਼ ਨਾਮ ਹੈ ਕਿਰਪਾ ਦਾ, ਕਿਰਪਾ ਦੇ ਨਾਲ ਭਰੇ ਹੋਏ ਨੇਤਰ ਹਨ। ਜਿੱਧਰ ਵੇਖ ਲੈਂਦੇ ਤਾਰ ਕੇ ਰੱਖ ਦਿੰਦੇ ਆ। ਪਲਟਤ ਮੀਨ ਮਨਹੁ ਦੁਤ ਲੀਲੇ। ਤੇ ਜਦੋਂ ਆਪ ਜੀ ਨੇਤਰ ਘਮਾਉਂਦੇ ਹੋ ਵਿੱਚੋਂ ਡੇਲੇ ਏਦਾਂ ਘੁੰਮਦੇ ਆ ਅੱਖਾਂ ਆਪ ਜੀ ਦੀਆਂ, ਜਿਵੇਂ ਪਾਣੀ ਦੇ ਵਿੱਚ ਮੱਛੀ ਘੁੰਮ ਜਾਂਦੀ, ਪਲਟ ਜਾਂਦੀ, ਤਾਰੀ ਲਾਉਂਦੀ ਹੈ। ਚਮਕਤ ਅਨੀਦਾਦ ਬਿਨ ਆਂਜੇ। ਏਦਾਂ ਸਾਧ ਸੰਗਤ ਜੀ ਆਪ ਜੀ ਦੀ ਸੋਭਾ ਸੱਚੇ ਪਾਤਸ਼ਾਹ ਵੀ ਸੁਰਮੇ ਤੋਂ ਬਿਨਾਂ ਹੀ ਆਪ ਜੀ ਦੇ ਨੇਤਰ ਏਦਾਂ ਚਮਕ ਰਹੇ ਹਨ। ਜਨ ਕਟਾਰ ਗਾਰੀ ਗਰ ਮਾਂਜੇ। ਜਿਵੇਂ ਕਟਾਰ ਹੁੰਦੀ ਨਾ, ਕਾਰੀਗਰ ਨੇ ਮਾਂਜੀ ਹੋਵੇ, ਐਨ ਚਮਕਾਈ ਹੋਵੇ ਸੋਧ ਸੋਧ ਕੇ ਰੇਤੇ ਨਾਲ, ਏਦਾਂ ਚਿੱਟੇ ਤੇ ਨੇਤਰ ਆਪ ਜੀ ਦੇ ਵਿੱਚ ਕਾਲੇ ਰੰਗ ਦੇ ਜਿਹੜੇ ਉਹ ਡੋਰੇ ਪੈਂਦੇ ਆ। ਤੇ ਆਪ ਜੀ ਪਾਤਸ਼ਾਹ ਦੇ ਨੇਤਰ ਏਦਾਂ ਆ ਜਿਵੇਂ ਕਿਤੇ ਬਰਸ਼ੀ ਸੋਧ ਕੇ ਐਨ ਚਿੱਟੀ ਕੱਢੀ ਹੁੰਦੀ ਹੈ। ਚਮਕਾਂ ਪਏ ਮਾਰਦੇ, ਸੁਰਮਾ ਪਾਏ ਤੋਂ ਬਿਨਾਂ ਹੀ ਐਸੀ ਚਮਕ ਦਮਕ ਹੈ ਜੀ। ਜਗ ਮਹਿ ਨਰ ਨਾਰੀ ਅਸ ਕੋ ਹੈ। ਕਵੀ ਜੀ ਕਹਿੰਦੇ ਭਾਈ ਸਿੱਖੋ, ਸੰਸਾਰ ਦੇ ਵਿੱਚ ਇਹੋ ਜਿਹਾ ਕੋਈ ਸਿੱਖ ਮਾਈ ਪਾਈ, ਭਾਵ ਸੰਸਾਰ ਦੇ ਵਿੱਚ ਕੋਈ ਨਰ ਇਸਤਰੀ ਇਹੋ ਜਿਹਾ ਨਹੀਂ ਹੋਵੇਗਾ। ਅਤ ਕਠੋਰ ਜਿਸ ਕੋ ਨਹਿ ਮੋਹ ਹੈ। ਜਿਹੜਾ ਮਹਾਰਾਜ ਦਾ ਸਰੂਪ ਵੇਖ ਲੇ ਤੇ ਉਹਦਾ ਮਨ ਬੇਈਮਾਨ ਨਾ ਹੋਵੇ। ਮਰ ਦਾ ਸਰੂਪ ਵੇਖੇ ਤੇ ਜਿਹਦਾ ਮਨ ਮੋਹਿਆ ਨਾ ਜਾਵੇ, ਪਾਤਸ਼ਾਹ ਦਾ ਹੀ ਨਾ ਹੋ ਕੇ ਰਹਿ ਜਾਏ, ਇਹੋ ਜਿਹਾ ਮਨ ਦਾ, ਇਹੋ ਜਿਹਾ ਕਿਸੇ ਦਾ ਚਿੱਤ ਕਰੜਾ ਨਹੀਂ ਹੈ ਵੀ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰ ਲਵੇ ਤੇ ਮੱਥਾ ਟੇਕੇ ਬਿਨਾਂ ਰਹਿ ਜਾਵੇ। ਉਹ ਆਪ ਹੀ ਝੁਕ ਜਾਂਦਾ ਜਿਹੜਾ ਮਰ ਦੇ ਸਾਹਮਣੇ। ਇਹਦੋਂ ਜਦੋਂ ਮਹਾਰਾਜ ਦੇ ਦਰਬਾਰ 'ਚ ਖਾਲਸਾ ਜੀ ਭੀਮ ਚੰਦ ਆਇਆ ਨਾ, ਰਾਜਾ ਆਪਦੇ ਆਪ ਬੜਾ ਫੱਬ ਕੇ ਆਇਆ ਸੀ। ਜਦੋਂ ਮਹਾਰਾਜ ਦੇ ਕੋਲ ਆਇਆ ਤੇ ਜਾਣਦਾ ਸੀ ਵੀ ਉਹ ਕੱਲ੍ਹ ਦੇ ਜਵਾਕ ਆ, ਅਸੀਂ ਖਾਨਦਾਨੀ ਰਾਜੇ ਹਾਂ। ਤੇ ਜਦੋਂ ਮਹਾਰਾਜ ਦੇ ਦਰਬਾਰ ਆ ਕੇ ਸਤਿਗੁਰਾਂ ਦਾ ਮੁਖ ਵੇਖਿਆ ਸੀ, ਇਹਨੇ ਮਨ ਬਣਾਇਆ ਸੀ ਵੀ ਮੱਥਾ ਨਹੀਂ ਟੇਕਣਾ ਮਹਾਰਾਜ ਨੂੰ। ਤੇ ਜਦੋਂ ਸਤਿਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਪੈਰ ਪਾਇਆ, ਸਾਹਮਣੇ ਸਤਿਗੁਰੂ ਗੁਰੂਦੇਵ ਪਾਤਸ਼ਾਹ ਦਾ ਐਨ ਦਗ ਦਗ ਕਰਦਾ ਚਿਹਰਾ ਵੇਖਿਆ ਤੇ ਰਹਿ ਨਹੀਂ ਹੋਇਆ ਸੀ। ਜਦੋਂ ਲਾਗੇ ਆਇਆ, ਮਨ ਤੁਰਿਆ ਆਉਂਦਾ ਤੇ ਮਨ 'ਚ ਇਹੀ ਕਹਿੰਦਾ ਆਉਂਦਾ, ਮੈਂ ਇਹਨਾਂ ਨੂੰ ਮੱਥਾ ਨਹੀਂ ਟੇਕਣਾ, ਮੈਂ ਸਿਰ ਨਹੀਂ ਝੁਕਾਉਣਾ, ਮੈਂ ਬਾਦਸ਼ਾਹ, ਮੈਂ ਵੀ ਰਾਜਾ ਆ ਬਈ। ਜਦੋਂ ਲਾਗੇ ਆਇਆ, ਮਹਾਰਾਜ ਦਾ ਪ੍ਰਤਾਪ ਵੇਖਿਆ ਤੇ ਜੁਰਤ ਨਾ ਪਈ ਸਿਰ ਤਾਂ ਰੱਖ ਸਕੇ। ਐਦਾਂ ਮਹਾਰਾਜ ਦਾ ਜਦੋਂ ਪਾਤਸ਼ਾਹ ਨੇ ਨੇਤਰ ਭਰ ਕੇ ਇਹਦੇ ਵੱਲ ਵੇਖਿਆ ਤੇ ਪਾਤਸ਼ਾਹ ਦੇ ਚਿਹਰੇ ਵੱਲ ਤੱਕ ਨਾ ਹੋਇਆ ਤੇ ਨੀਵੀਂ ਪੈ ਗਈ, ਮੱਲੋ ਮੱਲੀ ਸਿਰ ਝੁਕ ਗਿਆ। ਇਹ ਇਦਾਂ ਦਾ ਪ੍ਰਤਾਪ ਸੀ ਪਾਤਸ਼ਾਹ ਜੀ ਦਾ। ਤਾਂ ਕਵੀ ਜੀ ਕਹਿੰਦੇ ਇਹੋ ਜਿਹਾ ਕੌਣ ਹੈ ਭਾਈ ਜਿਹੜਾ ਮਹਾਰਾਜ ਦਾ ਦਰਸ਼ਨ ਕਰੇ ਤੇ ਉਹਦਾ ਸਿਰ ਨਾ ਝੁਕੇ। ਮਹਾਰਾਜ ਦਾ ਦਰਸ਼ਨ ਪ੍ਰਤਾਪ ਹੀ ਐਸਾ ਜਿਹੜਾ ਵੇਖ ਲੈਂਦਾ ਉਹ ਢਹਿ ਪੈਂਦਾ ਹੈ ਜੀ। ਮਨਹੁ ਨਿਪੁੰਨਤਾ ਵਿਧ ਉਪਜਾਈ। ਜਾਂ ਐਂ ਕਹਿ ਲਓ ਵੀ ਜਿਹੜਾ ਪਰਮੇਸ਼ਰ ਸੀ ਨਾ, ਜਦੋਂ ਪਰਮੇਸ਼ਰ ਨੇ ਆਪ ਹੀ ਗੁਰੂ ਕਲਗੀਧਰ ਸਾਹਿਬ ਆ, ਭਾਵ ਜਦੋਂ ਜਿਹਨੇ ਬਣਾਇਆ ਪਰਮੇਸ਼ਰ ਨੇ ਸਤਿਗੁਰਾਂ ਦਾ ਸਰੂਪ ਇੰਨੀ ਨਿਪੁੰਨਤਾ ਨਾਲ ਪੈਦਾ ਕੀਤਾ, ਬਣਾਇਆ ਹੈ ਜੀ। ਹੁਤੀ ਜਿਤਕ ਸਭ ਲਾਏ ਦਿਖਾਈ। ਵੀ ਜਿੰਨੀ ਕੁ ਉਹਦੇ ਕੋਲ ਸਿਆਣਪ ਸੀ ਨਾ ਪਰਮੇਸ਼ਰ ਕੋਲ, ਸਾਰੀ ਗੁਰੂ ਕਲਗੀਧਰ ਸਾਹਿਬ ਦੇ ਸਰੂਪ ਤੇ ਲਾ ਕੇ ਬਣਾ ਦਿੱਤਾ ਹੋਵੇ ਜੀ। ਕਿਰਪਾ ਕਰਤ ਜਿਸ ਕੀ ਦਿਸ ਹੀ ਰਹਾ। ਇਦਾਂ ਦਾ ਸਰੂਪ ਦਸਵੇਂ ਪਾਤਸ਼ਾਹ ਦਾ, ਜਿਹਦੇ ਵੱਲ ਮਿਹਰ ਭਰੀ ਨਜ਼ਰ ਕਰ ਦਿੰਦੇ, ਕਿਰਪਾ ਕਰਕੇ ਵੇਖ ਲੈਂਦੇ ਹਨ ਜੀ। ਬਿਨ ਦਾਮਨ ਤਿਨ ਠਾਨਤ ਚੇਰਾ। ਉਹ ਪਾਤਸ਼ਾਹ ਦਾ ਹੀ ਹੋ ਕੇ ਰਹਿ ਜਾਂਦਾ ਤੇ ਤਨਖਾਹ ਦੇ ਕੇ ਨੌਕਰ ਰੱਖਣਾ ਪੈਂਦਾ। ਪਰ ਮਹਾਰਾਜ ਜੀ ਦੇ ਅੱਖਾਂ ਭਰ ਕੇ ਇੱਕ ਵਾਰੀ ਮਹਾਰਾਜ ਵੇਖ ਲੈਂਦੇ, ਉਹ ਬਿਨਾਂ ਤਨਖਾਹ ਤੋਂ ਹੀ ਸਾਰੀ ਉਮਰ ਮਹਾਰਾਜ ਦੇ ਲੇਖੇ ਲਾ ਦਿੰਦਾ। ਬਿਨਾਂ ਮਾਇਆ ਦਿੱਤੇ ਤੋਂ ਸੱਚੇ ਪਾਤਸ਼ਾਹ ਜੀ ਖਰੀਦ ਲੈਂਦੇ ਆ। ਅਤ ਸੁੰਦਰ ਸੋਭਤ ਗਰਬੀਲੇ। ਇਦਾਂ ਖਾਲਸਾ ਜੀ ਐਸੇ ਸੁੰਦਰ ਸਰੂਪ ਵਾਲੇ ਧੰਨ ਗੁਰੂ ਵੀਰ ਰਸੀ ਸੱਚੇ ਪਾਤਸ਼ਾਹ ਗੌਰਵਤਾ ਵਾਲੇ ਸੋਭ ਰਹੇ ਆ। ਰਸ ਕੋ ਬਰਸਤ ਅਧਿਕ ਰਸੀਲੇ। ਵੀਰ ਰਸ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚੋਂ ਐਨ ਜਿਹੜਾ ਛਪ ਛਪ ਕਰਕੇ ਵਹਿੰਦਾ ਹੈ ਜੀ। ਮਨਹੁ ਲਾਜ ਕੇ ਭਰੇ ਜਹਾਜਾ। ਤੇ ਲੱਜਾ ਪਾਤਸ਼ਾਹ ਜੀ ਵਿੱਚ ਇੰਨੀ ਮਾਨੋ ਜਹਾਜ਼ ਬਣਿਆ ਹੋਵੇ ਲਾਜ ਦਾ। ਚੰਚਲ ਮਹਾ ਦ੍ਰਿਗੰਚਲ ਸਾਜਾ। ਤੇ ਇਦਾਂ ਖਾਲਸਾ ਜੀ ਪਾਤਸ਼ਾਹ ਜੀ ਦਾ
ਜਿਹੜੀਆਂ ਪਲਕਾਂ ਹਨ ਉਹ ਇਦਾਂ ਆ ਵੀ ਜਿਵੇਂ ਮਾਨੋ ਐਸੀਆਂ ਪਲਕਾਂ ਸਜੀਆਂ ਨੇ ਜਿਵੇਂ ਦ੍ਰਿਗ ਅੰਚਲ, ਭਾਵ ਮਹਾਰਾਜ ਸੱਚੇ ਪਾਤਸ਼ਾਹ ਦੇ ਨੇਤਰ ਉਹ ਪਲਕਾਂ ਦੇ ਵਿੱਚ ਇਦਾਂ ਢਕੇ ਰਹਿੰਦੇ ਜਿਵੇਂ ਕਿਤੇ ਜਹਾਜ਼ ਹੁੰਦਾ ਤੇ ਲਾਜ ਨਾਲ ਭਰਿਆ ਹੁੰਦਾ ਹੈ ਜੀ। ਮਹਾ ਚੰਚਲ ਹਨ, ਤ੍ਰਿਕੁਟੀ ਕੁਟਿਲ ਕਮਾਨ ਸਮਾਨਾ। ਜਿਵੇਂ ਕਮਾਨ ਹੁੰਦਾ ਹੈ ਇਸ ਤਰ੍ਹਾਂ ਪਾਤਸ਼ਾਹ ਜੀ ਦੀਆਂ ਸੇਲੀਆਂ ਭਰਵੱਟੇ ਤਾਣੂ ਤਣੇ ਹੋਏ ਹਨ ਜੀ। ਭਰਿਓ ਭਾਗ ਤੇ ਭਾਲ ਮਹਾਨਾ। ਤੇ ਮੱਥਾ ਚੌੜਾ ਬੜੇ ਭਾਗਾਂ ਦੇ ਨਾਲ ਭਰਿਆ ਹੋਇਆ ਪਾਤਸ਼ਾਹ ਜੀ ਦਾ ਹੈ। ਮੇਚਕ ਚਿਕਨ ਕੇਸ ਅਸ਼ੇਸ਼। ਕੇਸ ਮਹਾਰਾਜ ਦੇ ਕਾਲੇ ਸ਼ਾਹ ਤੇ ਜਿਵੇਂ ਬੜੇ ਭਾਰੀ ਥਿੰਦੇ ਵਿੱਚ ਲਚਕ ਰਹੇ ਹਨ। ਸਿਰ ਉਸਨੀਕ ਸੁਹਾਏ ਅਸ਼ੇਸ਼। ਸੀਸ ਦੇ ਉੱਪਰ ਸੁੰਦਰ ਦਮਾਲਾ, ਜਿਗਾ ਉੱਪਰ ਕਲਗੀ ਸ਼ੋਭਾ ਪਾਉਂਦੀ ਹੈ। ਕਲਗੀ ਜਿਗਾ ਜੇਬ ਜਿਨ ਜਾਹਰ। ਕਲਗੀ ਤੇ ਜਿਗਾ ਦੀ ਜਿਹੜੀ ਜੇਬ ਸ਼ੋਭਾ ਹੈ ਨਾ ਉਹ ਜਾਹਰ ਪ੍ਰਗਟ ਪ੍ਰਤੱਖ ਪੈ ਰਹੀ ਹੈ ਜੀ। ਜਬਰ ਜੋਤ ਜਗਮਗਤ ਜਵਾਹਰ। ਜੋ ਕੁਝ ਮਹਾਰਾਜ ਦੇ ਰਾਜ ਸਾਜ ਪਹਿਨਿਆਂ ਜੜੇ ਹੋਏ ਜਵਾਹਰ ਜਿਗਾ ਕਲਗੀ ਤੇ ਜਗਮਗ ਕਰਦੇ ਆ, ਬੜੀ ਜੋਤ ਪ੍ਰਕਾਸ਼ ਹੋ ਰਹੀ ਹੈ। ਸਰਬ ਵਿਭੂਖਨ ਭੂਖਤ ਭਾਰੇ। ਇਦਾਂ ਖਾਲਸਾ ਜੀ ਬੜੇ ਭਾਰੀ ਜੋਗ ਮਹਾਰਾਜ ਦੇ ਰਾਜ ਸਾਜ ਸੂਰਮਿਆਂ ਵਾਲਾ ਪਹਿਨਿਆ ਹੋਇਆ ਭੂਸ਼ਣ ਗਹਿਣੇ ਉਹ ਬੜੇ ਭਾਰੀ ਭਾਰੇ ਸੁੰਦਰ ਹਨ। ਲਾਗੇ ਮੋਲ ਵਿਸਾਲ ਸੁਧਾਰੇ। ਕਾਰੀਗਰਾਂ ਬੜੇ ਮਹਿੰਗੇ ਕੀਮਤੀ ਰਾਜ ਸਾਜ ਉਹ ਸਜਾਏ ਹੈ ਮਹਾਰਾਜ ਵਾਸਤੇ, ਬੜਾ ਮਹਿੰਗਾ ਕੀਮਤੀ ਮੁੱਲ ਲਾ ਕੇ ਤਿਆਰ ਕੀਤੇ ਭਾਵਨਾ ਨਾਲ। ਕੰਚਨ ਕੇ ਕੰਕਨ ਖਚ ਹੀਰੇ। ਸੋਨੇ ਦੇ ਕੜੇ ਜਿਹਦੇ ਵਿੱਚ ਹੀਰੇ ਮਹਾਰਾਜ ਦੇ ਲੱਗੇ ਹੋਏ ਹਨ ਜੀ। ਜਰੇ ਰੁਚਿਰ ਕਾਈ ਗਰ ਚੀਰੇ। ਐਸੇ ਸੁੰਦਰ ਬਣਾ ਕੇ ਚੀਰ ਕੇ ਕਾਰੀਗਰਾਂ ਹੀਰੇ ਜੜੇ ਹੋਏ ਹਨ ਕੜਿਆਂ ਵਿੱਚ। ਨਵ ਰਤਨੇ ਇਸ ਭਾਂਤ ਸੁਹਾਏ। ਤੇ ਨੌ ਰਤਨ ਇਸ ਤਰ੍ਹਾਂ ਕੜਿਆਂ ਵਿੱਚ ਸ਼ੋਭਾ ਪਾ ਰਹੇ ਹਨ ਜੀ। ਨਵ ਗ੍ਰਹ ਮਨੋ ਭੁਜਾ ਲਪਟਾਏ। ਮਾਨੋ ਪਾਤਸ਼ਾਹ ਜੀ ਦੀਆਂ ਬਾਹਾਂ ਦੇ ਉੱਪਰ 9 ਦੇ 9 ਗ੍ਰਹਿ ਆ ਕੇ ਵਾਸਾ ਕਰ ਰਹੇ ਹਨ। ਬਰਨ ਬਰਨ ਬਰ ਬਸਤਰ ਹਮੇਸ਼ੰ। ਮਹਾਰਾਜ ਦੇ ਬਸਤਰ ਜਿਹੜੇ ਚੋਲੇ ਐ ਤਰ੍ਹਾਂ ਤਰ੍ਹਾਂ ਦੇ ਸੁੰਦਰ ਰੰਗਾਂ ਦੇ ਚੋਲੇ ਮਹਾਰਾਜ ਦੇ ਪਹਿਨੇ ਹੁੰਦੇ ਐ। ਪਹਿਰਤ ਰੀਤ ਨਵੀਨੀ ਬੇਸ਼ੰ। ਵੀ ਇਹੋ ਜਿਹਾ ਵੇਸ਼ ਤਾਂ ਰਾਜਿਆਂ ਮਹਾਰਾਜਿਆਂ ਦਾ ਨਹੀਂ, ਨਵੀਂ ਮਰਿਆਦਾ ਗੁਰੂ ਕਲਗੀਧਰ ਸਾਹਿਬ ਪਾਤਸ਼ਾਹ ਜੀ ਦੀ ਨਵੀਂ ਵਿਧੀ ਵਿਧਾਨ ਮਰਿਆਦਾ ਵਿੱਚ ਪਾਤਸ਼ਾਹ ਜੀ ਤਿਆਰ ਬਰ ਤਿਆਰ ਰਹਿੰਦੇ ਐ। ਛਾਪ ਛਲਾਇਨ ਤੇ ਛਬ ਛਾਜਤ। ਹੱਥ ਵਿੱਚ ਜਿਹੜੇ ਕਮਾਨ ਤੀਰ ਚਲਾਉਣ ਵਾਸਤੇ ਛਾਪ ਕਹਿ ਲਓ, ਉਂਗਲ ਸਤਰਾਣ ਕਹਿ ਲਓ, ਉਹ ਪਾਇਆ ਹੋਇਆ ਬੜਾ ਸ਼ੋਭਾ ਪਾ ਰਿਹਾ ਹੈ। ਗਰਮ ਹੈ ਖੜਗ ਵਿਸਾਲ ਤੇ ਬਿਰਾਜਤ। ਗਲੇ ਵਿੱਚ ਪਾਤਸ਼ਾਹ ਦੇ ਸੁੰਦਰ ਤੇਗਾ ਸ਼ੋਭਾ ਪਾਉਂਦਾ ਹੈ ਜੀ। ਧਨ ਵਿਦਿਆ ਅਭਿਆਸ ਕਰਾਵੈ। ਵਿਦਿਆ ਦੇ ਪਾਤਸ਼ਾਹ ਜੀ ਧਨੀ ਹੈ, ਸ਼ਾਸਤਰ ਵਿਦਿਆ ਦਾ ਆਪ ਅਭਿਆਸ ਕਰਦੇ ਨਾਲ ਸਿੱਖਾਂ ਨੂੰ ਕਰਵਾਉਂਦੇ ਆ। ਕਹਿ ਕਹਿ ਖਬਰੇ ਤੀਰ ਕਰਾਵੈ। ਏਦਾਂ ਖਾਲਸਾ ਜੀ ਕਾਰੀਗਰ ਰੱਖ ਕੇ ਮਾਰਨੇ ਫੈਕਟਰੀਆਂ ਲਵਾਈਆਂ ਉੱਥੇ ਆਪਦੀਆਂ, ਜਿਹੜੇ ਕਾਰਖਾਨੇ ਲਵਾਏ ਸ਼ਾਸਤਰਾਂ ਦੇ, ਤੇ ਰੋਜ਼ ਕਹਿ ਕਹਿ ਕੇ ਆਪ ਸ਼ਾਸਤਰ ਬਣਵਾਉਂਦੇ ਮਰਜ਼ੀ ਦੇ। ਧਰ ਧਰ ਮਾਰ ਹੈ ਦੂਰ ਤੇ ਨਿਸ਼ਾਨਾ। ਦੂਰ ਨਿਸ਼ਾਨਾ ਕੋ ਰੱਖ ਕੇ ਕੜਾਦ ਕਿਤੇ ਦੂਰੋਂ ਕਮਾਨ ਤੀਰ ਚਲਾਉਂਦੇ ਆ। ਵੱਡੇ ਬੇਗ ਤੇ ਛੂਟ ਹੈ ਬਾਨਾ। ਕਮਾਨ ਚ ਪਾ ਕੇ ਜਦੋਂ ਛੱਡਦੇ ਬੜੀ ਤੇਜ਼ੀ ਨਾਲ ਮਹਾਰਾਜ ਦਾ ਬਾਣ ਆਉਂਦਾ, ਕਮਾਨ ਤੋਂ ਤੀਰ ਨਿਕਲਦਾ ਹੈ। ਚਾਂਪ ਕਠੋਰ ਕਹਿਤ ਬਨਵਾਵਹਿ। ਲਾਹੌਰ ਦੇ ਕਾਰੀਗਰਾਂ ਨੂੰ ਕਹਿ ਕੇ ਮਾਰਨੇ 9 ਟੰਕ ਦਾ ਸੋਨਾ ਕਮਾਨ ਤਿਆਰ ਕਰਵਾਇਆ ਹੈ ਜੀ। ਵੱਡ ਬਲ ਕਰ ਜੋ ਐਂਚਿਓ ਜਾਵਹਿ। ਜਿਹੜਾ ਬੜੇ ਬਲ ਨਾਲ, ਭਾਵ ਖਾਲਸਾ ਜੀ 9 ਟੰਕ ਦਾ ਕਮਾਨ 10ਵੇਂ ਪਾਤਸ਼ਾਹ ਜੀ ਜਿਹੜਾ ਉਹ ਧਾਰਨ ਕਰਦੇ ਸੀ, ਵੀ ਜਿਹਨੂੰ ਖਿੱਚਣਾ ਪਵੇ ਨਾ ਉਹ ਕਮਾਨ ਚੜਾ ਤੇ ਤੀਰ ਚੜਾ ਕੇ ਜਦੋਂ ਖਿੱਚਦੇ ਸੀ 2 ਕੁਆਂਟਲ ਤੇ 20 ਕਿਲੋ ਕਿਸੇ ਰੱਸੀ ਦੇ ਨਾਲ ਭਾਰ ਟੰਗ ਦਈਏ, 2 ਕੁਆਂਟਲ 20 ਕਿਲੋ 25 ਕਿਲੋ ਭਾਰ ਟੰਗ ਦਈਏ ਕਿਸੇ ਤਾਰ ਰੱਸੀ ਨਾਲ, ਕਿੰਨੀ ਖਿੱਚੀ ਜਾਂਦੀ ਹੈ। ਇੰਨਾ ਮਹਾਰਾਜ ਤੀਰ ਚੜਾ ਕੇ ਖਿੱਚਦੇ ਹੁੰਦੇ ਸੀ। ਤਾਂ ਪਾਤਸ਼ਾਹ ਦਾ ਤੀਰ ਕਈ ਕੀ ਕੋ 12 ਕੋ ਵੀ ਲੰਘ ਜਾਂਦਾ ਸੀ, ਵੀ ਏਡੇ ਬਲੀ ਸੀ ਵੀ ਜਿੰਨੇ ਮਹਾਰਾਜ ਦਾ ਕਮਾਨ ਚਲਾਉਣਾ ਹੁੰਦਾ ਸੀ ਨਾ ਉਹਦੀ ਬਾਂਹ ਵਿੱਚ ਇੰਨਾ ਤੀਰ, ਜਿੱਥੇ ਮਹਾਰਾਜ ਤੀਰ ਮਾਰਦੇ ਸੀ, ਜੇ ਉਹਨਾਂ ਬਲ ਨਾਲ ਕਿਸੇ ਨੇ ਤੀਰ ਮਾਰਨਾ ਤਾਂ ਉਹ ਚਲਾ ਸਕਦਾ ਸੀ ਜਿਹੜਾ ਇੱਕ ਬਾਂਹ ਨਾਲ 2 ਕੁਆਂਟਲ ਤੇ 20 ਕਿਲੋ ਭਾਰ ਚੁੱਕ ਸਕਦਾ ਹੋਵੇ। ਇੰਨਾ ਬਲ 9 ਟੰਕ ਦੇ ਭਾਵ 20-25 ਮੇਰਾ ਖਿਆਲ ਕਿਲੋ ਦਾ ਇੱਕ ਟੰਕ ਹੁੰਦਾ, ਤੇ 9 ਟੰਕੀ ਕਮਾਨ ਸੀ 10ਵੇਂ ਪਾਤਸ਼ਾਹ ਗਰੀਬ ਨਵਾਜ ਦੇ ਕੋਲ, ਤੇ 2.25 ਕੁਆਂਟਲ ਭਾਰ ਜਿਹੜਾ ਚੁੱਕ ਸਕਦਾ ਉਹ ਮਹਾਰਾਜ ਦਾ ਕਮਾਨ ਚਲਾ ਸਕਦਾ ਹੈ ਜੀ। ਸੰਬਤ ਏਕ ਬਿਤੇ ਪੁਨ ਕਹੈ। ਏਦਾਂ ਖਾਲਸਾ ਜੀ ਕਵੀ ਰਾਜ ਕਹਿੰਦੇ ਵੀ ਏਦਾਂ ਸਾਲ ਬਿਤੇ ਪੁਨ ਕਹੈ, ਕਹਿੰਦੇ ਜਦੋਂ ਸਾਲ ਕੋਈ ਏਦਾਂ ਬਤੀਤ ਹੋਇਆ ਹੈ ਜੀ, ਸਾਲ ਬਾਅਦ ਮਹਾਰਾਜ ਫੇਰ ਕਾਰੀਗਰ ਨੂੰ ਸੱਦ ਲੈਂਦੇ ਆ। ਧਨ ਦੁਗਣ ਦਿਢ ਕਰ ਮਹਿ ਗਹੈ। ਤੇ ਦੁੱਗਣਾ ਮਾਇਆ ਧਨ ਦੇ ਕੇ ਕਾਰੀਗਰ ਨੂੰ ਫੇਰ ਕਹਿ ਦਿੰਦੇ ਆ, ਭਾਵ ਵੀ ਸਾਲ ਕੁ ਬਾਅਦ ਮਹਾਰਾਜ ਕਮਾਨ ਦਾ ਟੰਕ ਵਧਾਉਂਦੇ ਜਾਂਦੇ ਆ, ਵੀ ਕਰੜੀ ਕਮਾਨ ਹੋ ਜਿਵੇਂ ਜਿਵੇਂ ਮਹਾਰਾਜ ਵੱਡੇ ਹੋਈ ਜਾਂਦੇ ਆ
ਉਵੇਂ ਮਹਾਰਾਜ ਸ਼ਾਸਤਰ ਬਾਸਤਰ ਵੀ ਉਹਨੇ ਭਾਰੇ ਵੱਡੇ ਜਿਹੜੇ ਉਹ ਧਾਰਨ ਕਰੀ ਜਾ ਰਹੇ ਐ। ਜੰਗੀ ਤੀਰ ਪੋਲਾਦੀ ਖਪਰੇ ਤੇ ਫਲਾਦ ਲੋਹੇ ਦੇ ਖੱਪਰੇ ਜੰਗੀ ਤੀਰ ਬਣਵਾ ਕੇ ਕਹਿ ਕਹਿ ਬ੍ਰਿੰਦ ਕਰਾਵਹਿ ਅਪਰੇ ਵੀ ਕਹਿ ਕੇ ਮਹਾਰਾਜ ਨੇ ਬੜੇ ਖੱਪਰੇ ਤੀਰ ਬਣਵਾ ਲਏ ਹਨ ਜੀ। ਹੇਰ ਹੇਰ ਤੀਖਨ ਵੱਡ ਤੀਰੰ ਏਦਾਂ ਸੋਹਣੇ ਤਿੱਖੇ ਤੀਰ ਵੇਖ ਵੇਖ ਕਰਕੇ ਸ੍ਰੀ ਗੋਬਿੰਦ ਸਿੰਘ ਗੁਨੀ ਗਹੀਰੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਗੁਣਾਂ ਦੇ ਗਹਿਰੇ ਸਮੁੰਦਰ ਪਾਤਸ਼ਾਹ ਜੀ। ਤੁਰਕ ਸਤਰ ਗਨ ਅੰਗ ਮਝਾਰੀ ਏਦਾਂ ਖਾਲਸਾ ਜੀ ਮਹਾਰਾਜ ਹੁਣ ਸਮਾਂ ਢੀਕਦੇ ਐ, ਰਾਜ ਸਾਜ ਪੂਰਾ ਕਰੀ ਜਾ ਰਹੇ ਐ। ਸ਼ਸਤਰ ਬਸਤਰ ਤੀਰਾਂ ਦੇ ਕਈ ਤੀਰ ਕਮਾਨ ਬੜਾ ਮਾਰਨੇ ਜੰਗੀ ਜਿਹੜੀ ਰਸਤ ਬਸਤ ਹੁੰਦੀ ਉਹ ਜੋੜਨੀ ਸ਼ੁਰੂ ਕਰ ਦਿੱਤੀ ਹੈ। ਹੁਣ ਮਨ 'ਚ ਵਿਚਾਰਦੇ ਪਾਤਸ਼ਾਹ ਜੀ ਵੀ ਕਦੋਂ ਸਮਾਂ ਆਏਗਾ, ਤੁਰਕ ਜਿਹੜੇ ਸਾਡੇ ਦੁਸ਼ਟ ਜਾਣਾ ਗੁਰੂ ਘਰ ਦੇ ਦੋਸ਼ੀ ਜਿਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ, ਉਹ ਸਮਾਂ ਕਦੋਂ ਆਏਗਾ ਜਦੋਂ ਇਹ ਸਾਡੇ ਜਿਹੜੇ ਤੀਰ ਅਸੀਂ ਬਣਾਏ ਹੋਏ ਆ ਰੱਖੇ ਸਾਂਭ ਕੇ ਇਹ ਸੋਧੇ ਹੋਏ ਤੀਰ ਚੰਗੇ ਕਾਰੀਗਰਾਂ ਦੇ ਬਣੇ ਤੀਰ ਸਾਡੀ ਕਮਾਨ ਚੋਂ ਛੁੱਟਣਗੇ ਤੇ ਸਾਡੇ ਦੁਸ਼ਮਣਾਂ ਦੇ ਜਾ ਕੇ ਛਾਤੀਆਂ ਵਿੱਚ ਵੜਨਗੇ। ਮਮ ਕਰਤੇ ਪ੍ਰਵਿਸ਼ਹ ਕਿਸ ਵਾਰੀ ਵੀ ਉਹ ਕਦੋਂ ਵਾਰੀ ਕਹੀਏ ਸਮਾਂ ਆਏਗਾ ਜਦੋਂ ਸਾਡੇ ਹੱਥਾਂ ਚੋਂ ਛੁੱਟੇ ਤੀਰ ਦੁਸ਼ਟਾਂ ਸਾਡੇ ਗੁਰੂ ਘਰ ਦੇ ਦੋਸ਼ੀਆਂ ਦੇ ਹਿਰਦੇ ਵਿੱਚ ਛਾਤੀਆਂ ਵਿੱਚ ਪਾਰ ਲੰਘ ਜਾਇਆ ਕਰਨਗੇ। ਕਬ ਹੋ ਜੰਗ ਮਹ ਬਨਹ ਨਿਸ਼ੰਗਾ ਕਦੋਂ ਸਮਾਂ ਆਏਗਾ ਜਦੋਂ ਇਹ ਨਿਸ਼ੰਗ ਹੋ ਕੇ ਐ ਨਿਡਰ ਹੋ ਕੇ ਅਸੀਂ ਇਹ ਤੇਗੇ ਜੰਗ ਦੇ ਮੈਦਾਨ ਵਿੱਚ ਵਾਵਾਂਗੇ, ਨੇਜੇ ਚਲਾਵਾਂਗੇ, ਗੁਰਜ ਵਾਵਾਂਗੇ। ਕਦੋਂ ਅਸੀਂ ਤੇਗੇ ਤੀਰ ਜਿਹੜੇ ਢਾਲਾਂ ਇਹਨਾਂ ਨੂੰ ਵਰਤਾਂਗੇ, ਕਦੋਂ ਸਮਾਂ ਆਵੇਗਾ ਜੀ। ਕਦੋਂ ਪ੍ਰਹਾਰਨ ਖਰਨ ਖਤੰਗਾ ਜਦੋਂ ਤਿੱਖੇ ਜਿਹੜੇ ਆ ਨਾ ਖੱਪਰੇ ਤੀਰ ਤਿੱਖੇ ਜਿਹੜੇ ਆ ਭਾਰੀ ਤੇਗੇ ਅਸੀਂ ਦੁਸ਼ਟਾਂ ਦੇ ਸਿਰ ਵੱਢਣ ਵਾਸਤੇ ਵਰਤਾਂਗੇ ਮਾਰਾਂਗੇ। ਕਬ ਤੁਫੰਗ ਕੋ ਗਹ ਚਲਾਵੈ ਹੁਣ ਕਦੋਂ ਸਮਾਂ ਆਏਗਾ ਮਹਾਰਾਜ ਉਡੀਕਦੇ ਆ ਜਦੋਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਛੱਡੀਆਂ ਜਾਣਗੀਆਂ, ਜਦੋਂ ਜੰਗ ਦਾ ਮੈਦਾਨ ਹੋਵੇਗਾ, ਜਦੋਂ ਸਿਰ ਧੜਾ ਨਾਲੋਂ ਵੱਖਰੇ ਕੀਤੇ ਜਾਣੇ ਹਨ। ਮਾਰ ਲੱਚ ਕੋ ਤਰਾ ਗਿਰਾਵੈ ਏਦਾਂ ਕਦੋਂ ਅਸੀਂ ਦੁਸ਼ਮਣ ਦੇ ਮੱਥੇ ਦੇ ਵਿੱਚ ਤੀਰ ਮਾਰ ਕੇ ਤੇ ਘੋੜੇ ਤੋਂ ਥੱਲੇ ਸੁੱਟਿਆ ਕਰਾਂਗੇ। ਇਤੇ ਆਦਿਕ ਆਯੁਧ ਅਭਿਆਸੀ ਇਸ ਤਰ੍ਹਾਂ ਖਾਲਸਾ ਜੀ ਮਹਾਰਾਜ ਨਾਲੇ ਤਾਂ ਜੰਗ ਯੁੱਧ ਦਾ ਅਭਿਆਸ ਕਰਦੇ ਆ, ਸ਼ਸਤਰ ਚਲਾਉਂਦੇ ਸਾਰਾ ਦਿਨ, ਤੇ ਨਾਲੇ ਸੂਰਮਿਆਂ ਨਾਲ ਗੱਲਾਂ ਕਰਦੇ ਵੀ ਹੁਣ ਸਮਾਂ ਲੱਗ ਹੀ ਹੈ ਸਿੰਘੋ ਸਿੱਖੋ ਵੀ ਜਦੋਂ ਇਹ ਤੀਰ ਤੁਹਾਡੇ ਹੁਣ ਤਾਂ ਮਿੱਟੀ ਦੀਆਂ ਬੁੱਤਾਂ 'ਚ ਵੱਜਦੇ ਆ ਤੇ ਸਮਾਂ ਆਏਗਾ ਜਦੋਂ ਜਿਹੜੇ ਜਰਵਾਣਿਆਂ ਦੀਆਂ ਛਾਤੀਆਂ ਤੇ ਮੱਥੇ ਪਾੜ ਕੇ ਤੁਹਾਡੇ ਸਾਡੇ ਤੀਰ ਲੰਘਿਆ ਕਰਨਗੇ, ਉਹ ਸਮਾਂ ਨੇੜੇ ਹੈ। ਏਦਾਂ ਮਹਾਰਾਜ ਨਾਲੇ ਯੁੱਧ ਦਾ ਅਭਿਆਸ ਕਰਦੇ ਹਨ ਜੀ। ਦਿਨ ਪ੍ਰਤ ਸਤਗੁਰ ਕਰਤ ਬਿਲਾਸੀ ਏਦਾਂ ਖਾਲਸਾ ਜੀ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰੋਜ਼ ਦੀ ਰੋਜ਼ ਬੜੇ ਭਾਰੀ ਨਵੇਂ ਤੋਂ ਨਵੇਂ ਕੌਤਕ ਨਵੇਂ ਤੋਂ ਨਵੇਂ ਕਰਤੱਵ ਕਰ ਰਹੇ ਆ। ਇਸ ਤਰ੍ਹਾਂ ਦੀ ਮਹਾਰਾਜ ਦੀ ਚਾਲ ਸਤਿਗੁਰੂ ਕਿਵੇਂ ਵੀਰ ਅਸੀਂ ਠਾਠ ਬਾਠ ਵਿੱਚ ਰਹਿੰਦੇ, ਕਿਹੋ ਜਿਹਾ ਸਰੂਪ ਸੀ ਦਸਵੇਂ ਪਾਤਸ਼ਾਹ ਦਾ। ਕਵੀ ਜੀਆਂ ਇੱਦਾਂ ਹੀ ਦੱਸ ਦਿੱਤਾ, ਇਹ ਦਰਸ਼ਨ ਕੀਤੇ ਹੋਏ ਦਸਵੇਂ ਪਾਤਸ਼ਾਹ ਦੇ ਸੰਤੋਖ ਸਿੰਘ ਸਾਹਿਬ ਕਵੀ ਰਾਜ ਜੀਆਂ ਨੇ। ਤਾਂ ਕਰਕੇ ਸਾਧ ਸੰਗਤ ਜੀ ਉਹ ਹੀ ਦੱਸ ਸਕਦਾ ਜਿਹਨੇ ਕੁਝ ਵੇਖਿਆ ਹੋਇਆ, ਜਿਹਨੇ ਵੇਖਿਆ ਕੁਝ ਨਹੀਂ ਉਹ ਕੀ ਦੱਸੇਗਾ। ਤੋ ਇੱਦਾਂ ਐਸੇ ਮਹਾਨ ਕਵੀ ਰਾਜ ਦੀ ਲਿਖਤ ਤੋਂ ਵਾਰ ਨੇ ਬਲਿਹਾਰਨੇ ਜਾਈਏ। ਅੱਗੇ ਜਿਹੜਾ ਕੋਈ ਪ੍ਰਸੰਗ ਹੈ ਜਿਵੇਂ ਤੰਬੂ ਮਹਾਰਾਜ ਵਾਸਤੇ ਕਾਬਲੋਂ ਬਣ ਕੇ ਆਉਣ ਲੱਗੇ, ਰਾਜ ਸਾਜ ਵੱਧਦਾ ਗਿਆ ਸੱਚੇ ਪਾਤਸ਼ਾਹ ਜੀ ਦਾ। ਰਤਨ ਰਾਏ ਨੇ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਉਣਾ, ਉਹ ਸਾਰੀ ਫਿਰ ਬੜੀ ਮਾਇਆ ਭੇਟ ਕੀਤੀ, ਹੋਰ ਵੀ ਸਾਜ ਮਹਾਰਾਜ ਦੇ ਘਰ ਵਧਣ ਲੱਗਿਆ। ਉਹ ਸਾਰੇ ਪ੍ਰਸੰਗ ਆਪ ਜੀ ਅੱਜ ਦੀ ਕੱਲ੍ਹ ਦੇ ਦੀਵਾਨ ਵਿੱਚ ਸੁਣੋਗੇ। ਸਮਾਪਤਾ ਕਰੀ ਹੋਈਆਂ ਭੁੱਲਾਂ ਦੀ ਖਿਮਾ ਜੀ। ਕਬ ਤੁਫੰਗ ਕੋ ਗਹ ਚਲਾਵੈ ਮਾਰ ਲੱਛ ਕੋ ਤਰਾ ਗਿਰਾਵੈ ਇਤੇ ਆਦਿਕ ਆਯੁਧ ਅਭਿਆਸੀ ਦਿਨ ਪ੍ਰਤ ਸਤਗੁਰ ਕਰਤ ਬਿਲਾਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।